ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਤਿਕ ਕਰਮ ਕਮਾਵਣੀ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਾਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇਮੁਖ ਹੋਏ RAM ਤੇ, ਲੱਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਾਮਤ ਦਾ ਸਦਕਾ ਰਾਤਰੀ ਦਾ ਸਮਾਂ ਭਾਣੇ ਵਿੱਚ ਬਤੀਤ ਹੋਇਆ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗੀਠਾ ਸਾਹਿਬ ਵਿਖੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਤਖਤਾਂ ਤੇ ਸੁਭਾਏਮਾਨ ਹੋਏ। ਮੁੱਖ ਵਾਗ ਦੀ ਬਖਸ਼ਿਸ਼, ਨਿਤਨੇਮ ਦੀਆਂ ਬਾਣੀਆਂ ਦੇ ਜਾਪ। ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਸਤਿਗੁਰਾਂ ਦੀ ਮਿਹਰਾਮਤ ਹੋਈ ਹੈ। ਜਿੱਥੇ ਅੱਜ ਪੁੰਨਿਆਂ ਦਾ ਦਿਹਾੜਾ ਹੈ, ਉੱਥੇ ਨਾਲ ਹੀ ਪਿਛਲਾ ਜੋ ਮਹੀਨਾ
ਅੱਸੂ ਦਾ ਸਤਿਗੁਰਾਂ ਨੇ ਬਤੀਤ ਕਰਵਾਇਆ ਹੈ। ਕੱਤਕ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ। ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ। 12 ਮਾਹਾਂ ਬਾਣੀ ਦੇ ਜਾਪ ਹੋਏ ਤੇ ਜੋ ਸਤਿਗੁਰਾਂ ਨੇ ਸਾਨੂੰ ਬਾਣੀ ਦੇ ਦੁਆਰਾ 12 ਮਹੀਨਿਆਂ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਅੱਜ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਆਪਾਂ ਜੁੜੀਏ। ਮਹਾਰਾਜ ਜੀ ਕਿਰਪਾ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣਾ, ਸੁਣਨਾ, ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਤਿਕ ਕਰਮ ਕਮਾਵਨੇ, ਦੋਸ ਨ ਕਾਹੂ ਜੋਗ। ਇਹ ਪਵਿੱਤਰ ਪਾਵਨ ਸ਼ਬਦ ਜੋ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 12 ਮਾਹਾਂ ਮਾਝ ਰਾਗ ਦੇ ਅੰਦਰ ਜੋ ਦਰਜ ਹੈ, ਉਸ ਦੇ ਵਿੱਚ ਮਹਾਰਾਜ ਜੀ ਜੋ ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਛਲਾ ਜੋ ਮਹੀਨਾ ਹੈ ਅੱਸੂ ਦਾ ਬਤੀਤ ਹੋਇਆ। ਅੱਸੂ ਦੇ ਮਹੀਨੇ ਵਿੱਚ ਮਹਾਰਾਜ ਜੀ ਨੇ ਪ੍ਰੇਮ ਦੀ ਗੱਲ ਕੀਤੀ, ਸੰਤਾਂ ਮਹਾਂਪੁਰਸ਼ਾਂ ਦੀ ਸਹਾਇਤਾ ਦੀ ਗੱਲ ਕੀਤੀ ਤੇ ਨਾਲ ਹੀ ਇਹ ਗੱਲ ਕੀਤੀ ਕਿ ਅੱਸੂ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੁੱਖ ਦੇ ਨਾਲ ਵਸਦੀਆਂ ਨੇ, ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਜੀ ਅੱਜ ਜੋ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ, ਇਹਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਿਹੜਾ ਸਾਧ ਸੰਗਤ ਜੀ ਕੱਤਕ ਦਾ ਮਹੀਨਾ ਕਟਾਈ ਤੇ ਬਿਜਾਈ ਦਾ ਮਹੀਨਾ ਹੈ। ਕੁਝ ਫਸਲ ਜਿਹੜੀ ਹੈ ਉਹ ਕੱਟ ਕਰਕੇ ਘਰ ਦੇ ਵਿੱਚ ਆਉਂਦੀ ਹੈ ਤੇ ਇਸੇ ਮਹੀਨੇ ਦੇ ਵਿੱਚ ਹੀ ਜੋ ਫਸਲ ਹੈ ਬੀਜੀ ਜਾਂਦੀ ਹੈ। ਜਿਸ ਨੇ ਕੋਈ ਬੀਜ ਬੀਜਿਆ, ਕੋਈ ਫਸਲ ਬੀਜੀ, ਉਹ ਹੀ ਵੱਢੇਗਾ। ਜਿਹਨੇ ਕੋਈ ਬੀਜ ਬੀਜਿਆ ਹੀ ਨਹੀਂ, ਉਹ ਕਿਵੇਂ ਵੱਢ ਲਵੇਗਾ? ਉਹਦੇ ਘਰ ਵਿੱਚ ਫਸਲ ਕਿਵੇਂ ਆ ਜਾਵੇਗੀ? ਜਿੱਥੇ ਆਪਾਂ ਬਾਹਰ ਧਰਤੀ ਦੇ ਉੱਤੇ, ਜ਼ਮੀਨ ਦੇ ਉੱਤੇ ਉਹਨੂੰ ਵਾਹ ਕਰਕੇ, ਸਵਾਰ ਕੇ, ਵੱਤਰ ਵੇਖ ਕੇ ਬੀਜ ਬੀਜਦੇ ਹਾਂ ਤੇ ਬੀਜ ਪਾਉਣ ਲੱਗਿਆਂ ਵੀ, ਬੀਜਣ ਲੱਗਿਆਂ ਵੀ ਬੀਜ ਦੀ ਕੁਆਲਿਟੀ ਵੇਖਦੇ ਹਾਂ ਕਿ ਬੀਜ ਵਧੀਆ ਹੋਵੇ, ਜਿਹਦਾ ਝਾੜ ਚੰਗਾ ਨਿਕਲੇ। ਉਵੇਂ ਹੀ ਗੁਰਬਾਣੀ ਦੇ ਅੰਦਰ ਸਰੀਰ ਨੂੰ ਧਰਤੀ ਕਿਹਾ ਗਿਆ। ਇੱਥੇ ਕਰਮ ਸ਼ਬਦ ਵਰਤਿਆ ਮਹਾਰਾਜ ਜੀ ਨੇ। ਕੱਤਕ ਕਰਮ ਕਮਾਵਣੇ, ਕਿ ਇਹ ਜੀਵ ਤੂੰ ਕੱਤਕ ਦੇ ਵਿੱਚ ਕਰਮ ਕਮਾਉਣੇ ਨੇ। ਸਰੀਰ ਨੂੰ ਧਰਤੀ ਕਿਹਾ ਗਿਆ ਤੇ ਜਿਹੜੇ ਕਰਮ ਨੇ
ਸ਼ੁਭ ਕਰਮ, ਚੰਗੇ ਕਰਮ, ਅਸ਼ੁਭ ਕਰਮ, ਮਾੜੇ ਕਰਮ, ਇਹ ਬੀਜ ਆ। ਹੁਣ ਮਨੁੱਖ ਦੇ ਹੱਥ ਦੇ ਵਿੱਚ ਹੈ। ਗੁਰਬਾਣੀ ਦੇ ਅੰਦਰ ਕਰਮ ਸ਼ਬਦ ਬਹੁਤ ਵਾਰ ਮਹਾਰਾਜ ਜੀ ਨੇ ਵਰਤਿਆ। ਕਰਮ ਦਾ ਅਰਥ ਬਖਸ਼ਿਸ਼ ਵੀ ਹੁੰਦਾ ਹੈ। ਕਰਮ ਦਾ ਅਰਥ ਕਰਮ ਕਾਂਡ ਤੋਂ ਵੀ ਲਿਆ ਜਾਂਦਾ ਹੈ। ਕਰਮ ਖੰਡ ਸ਼ਬਦ ਵੀ ਮਹਾਰਾਜ ਜੀ ਨੇ ਵਰਤਿਆ। ਕਰਮਾਕਾਰੀ ਸ਼ਬਦ ਵੀ ਆਉਂਦਾ ਹੈ। ਪਰ ਇੱਥੇ ਜਿਹੜਾ ਸ਼ਬਦ ਵਰਤਿਆ ਗਿਆ ਇਹ ਕਰਮਾਂ ਦੇ ਵਾਸਤੇ, ਜਿਹੜੇ ਕੋਈ ਆਪਾਂ ਕੰਮ ਕਰਦੇ ਹਾਂ। ਵਿਦਵਾਨ ਸੱਜਣ ਸਾਡੇ ਕਹਿੰਦੇ ਕਿ ਇੱਕ ਸਰੀਰਕ ਕਰਮ ਹੁੰਦੇ, ਇੱਕ ਮਾਨਸਿਕ ਕਰਮ ਹੁੰਦੇ, ਇੱਕ ਵਾਚਕ ਕਰਮ ਹੁੰਦੇ। ਵਾਚਕ ਕਰਮ ਕਿਸੇ ਨੂੰ ਬੋਲ ਕੇ ਦੁੱਖ ਦੇਣਾ, ਜੋ ਜ਼ੁਬਾਨ ਦੇ ਨਾਲ ਬੋਲ ਕੇ ਕਰਮ ਕੀਤਾ ਜਾਂਦਾ। ਜੇ ਅਸੀਂ ਜ਼ੁਬਾਨ ਦੇ ਨਾਲ ਕਿਸੇ ਨੂੰ ਮਿੱਠਾ ਬੋਲਾਂਗੇ ਤਾਂ ਉਹ ਵੀ ਇੱਕ ਕਰਮ ਹੈ ਸਾਡਾ, ਬੀਜ ਬੀਜ ਦਿੱਤਾ। ਜੇ ਮਨ ਦੇ ਵਿੱਚ ਕਿਸੇ ਬਾਰੇ ਚੰਗਾ ਸੋਚਣਾ ਜਾਂ ਮਾੜਾ ਸੋਚਣਾ, ਇਹ ਮਾਨਸਿਕ ਕਰਮ ਹੈ। ਫਿਰ ਸਰੀਰਕ ਕਰਮ, ਸਰੀਰ ਦੇ ਨਾਲ, ਹੱਥਾਂ ਦੇ ਨਾਲ ਕੋਈ ਚੰਗੇ ਕਰਮ ਕਰਨੇ, ਕੋਈ ਮਾੜੇ ਕਰਮ ਕਰਨੇ। ਮਹਾਰਾਜ ਕਹਿੰਦੇ ਸਰੀਰ ਇੱਕ ਖੇਤ ਮਿਲਿਆ। ਇਸ ਸਰੀਰ ਰੂਪੀ ਖੇਤ ਵਿੱਚ ਜਿਹੋ ਜਿਹਾ ਅਸੀਂ ਬੀਜ ਪਾਵਾਂਗੇ ਨਾ, ਉਹੋ ਜਿਹਾ ਹੀ ਫਲ ਸਾਨੂੰ ਪ੍ਰਾਪਤ ਹੋਣਾ। ਜੇ ਦੇਖੋ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ, ਮੀਂਹ ਪੈਣ ਦੇ ਨਾਲ ਘਾਹ ਫੂਸ ਆਪੇ ਹੀ ਉੱਗ ਆਉਂਦਾ ਹੈ। ਪਰ ਆਪਾਂ ਕਹਿ ਦਿੰਦੇ ਕਿ ਇਹ ਆਪੇ ਹੀ ਉੱਗ ਆਇਆ, ਪਰ ਉੱਥੇ ਧਰਤੀ ਵਿੱਚ ਬੀਜ ਮੌਜੂਦ ਹੁੰਦਾ। ਉਹਦਾ ਬੀਜ ਸੀ ਤਾਂ ਹੀ ਉੱਗਿਆ ਨਾ। ਉਵੇਂ ਸਾਡੇ ਸਰੀਰ ਦੇ ਵਿੱਚ ਵੀ ਬੀਜ ਪਏ ਨੇ, ਚੰਗੇ ਕਰਮਾਂ ਦੇ ਤੇ ਮਾੜੇ ਕਰਮਾਂ ਦੇ। ਭਾਵੇਂ ਅਸੀਂ ਉਹ ਸਰੀਰ ਕਰਕੇ ਕਰਮ ਨਹੀਂ ਕੀਤਾ, ਪਰ ਮਨ ਕਰਕੇ ਕਿਸੇ ਦਾ ਬੁਰਾ ਸੋਚ ਲਿਆ ਜਾਂ ਚੰਗਾ ਸੋਚ ਲਿਆ, ਉਹ ਕਰਮ ਹੋ ਗਿਆ। ਭਾਵੇਂ ਅਸੀਂ ਸਰੀਰ ਕਰਕੇ ਜਾਂ ਮਨ ਕਰਕੇ ਕਰਮ ਨਹੀਂ ਕੀਤਾ, ਪਰ ਆਪਣੀ ਜ਼ੁਬਾਨ ਦੇ ਨਾਲ ਕਿਸੇ ਨੂੰ ਚੰਗਾ ਬੋਲ ਦਿੱਤਾ, ਕਿਸੇ ਨੂੰ ਮਾੜਾ ਬੋਲ ਦਿੱਤਾ, ਉਹ ਬੀਜ ਧਰਤੀ ਦੇ ਵਿੱਚ ਪੈ ਗਿਆ। ਫਿਰ ਸਮਾਂ ਆਵੇਗਾ ਜਦੋਂ ਬੀਜ ਨੂੰ ਵੱਤਰ ਮਿਲੀ, ਪ੍ਰਫੁੱਲਤ ਹੋਣ ਵਾਸਤੇ ਉਹਨੂੰ ਸਮਾਂ ਮਿਲਿਆ, ਉਹ ਬੀਜ ਉੱਗ ਪੈਂਦੇ ਨੇ ਆਪਣੇ ਆਪ। ਇਸ ਕਰਕੇ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਕਿ ਇਹ ਜੀਵ ਤੂੰ ਕਰਮ ਕਰ, ਪਰ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਰਮ ਕਿਸ ਤਰ੍ਹਾਂ ਦੇ ਕਰਨੇ ਨੇ। ਮੈਂ ਤੇ ਜੇ ਹੁਣ ਤੂੰ ਮਾੜੇ ਬੀਜ ਬੀਜ ਬੈਠਾ, ਜਿਵੇਂ ਬਾਹਰ ਦੀ ਬਾਣੀ ਕਹਿੰਦੀ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਵੀ ਜਿਹੋ ਜਿਹਾ ਬੀਜਿਆ ਹੈ ਮਨੁੱਖ ਨੇ ਉਹੋ ਜਿਹਾ ਵੱਢ ਲੈਣਾ। ਕਰਮ ਤੂੰ ਕੀਤੇ ਚੰਗੇ ਜਾਂ ਮਾੜੇ, ਤੇ ਉਹਨਾਂ ਦਾ ਜਿਹੜਾ ਦੋਸ਼ ਹੈ ਨਾ, ਦੋਸ਼ ਨਾ ਕਾਹੂ ਜੋਗ, ਕਰਮ ਤੂੰ ਕਮਾਏ। ਤੇ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਤੈਨੂੰ ਕੋਈ ਸਜ਼ਾ ਮਿਲੀ, ਕੋਈ ਦੁੱਖ ਮਿਲਿਆ, ਕੋਈ ਘਾਟਾ ਪਿਆ, ਤੇ ਉਹਦਾ ਦੋਸ਼ ਜਿਹੜਾ ਹੈ ਨਾ ਹੋਰ ਕਿਸੇ ਨੂੰ ਦੇਣਾ ਠੀਕ ਨਹੀਂ ਹੈ। ਪਰ ਦੇਖਿਓ ਅੱਜ ਆਪਾਂ ਜਦੋਂ ਹਰ ਮਨੁੱਖ ਦਾ ਜੀਵਨ ਵੇਖਦੇ ਆ ਨਾ, ਹਰ ਮਨੁੱਖ ਜਿਹੜਾ ਦੂਜੇ ਨੂੰ ਦੋਸ਼ ਦਿੰਦਾ। ਮਾਤਾ ਪਿਤਾ ਬੱਚਿਆਂ ਨੂੰ ਦੋਸ਼ ਦਿੰਦੇ ਆ, ਤੇ ਜਿਹੜੇ ਬੱਚੇ ਨੇ ਉਹ ਮਾਤਾ ਪਿਤਾ ਨੂੰ ਦੋਸ਼ ਦਿੰਦੇ ਆ। ਸਰਕਾਰੀ ਦਫ਼ਤਰਾਂ ਦੇ ਵਿੱਚ ਆਪਾਂ ਵੇਖ ਲਈਏ, ਉਹਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਉਹ ਛੋਟਿਆਂ ਨੂੰ ਦੋਸ਼ ਦੇਈ ਜਾਂਦੇ ਆ, ਤੇ ਜਿਹੜੇ ਛੋਟੇ ਅਫਸਰ ਨੇ ਉਹ ਵੱਡਿਆਂ ਨੂੰ ਦੋਸ਼ ਦੇਈ ਜਾਂਦੇ ਆ। ਪਰ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਵੀ ਜੋ ਅਸੀਂ ਕੀਤਾ
ਜੋ ਅਸੀਂ ਬੀਜ ਬੀਜਿਆ ਉਹ ਇੱਕ ਦਿਨ ਬੀਜ ਜਿਹੜਾ ਹੈ ਉਹ ਪੁੰਗਰਦਾ ਹੈ, ਫਲਦਾ ਹੈ, ਤੇ ਉਹਨੂੰ ਫਿਰ ਫਲ ਵੀ ਲੱਗਣਾ। ਤਾਂ ਹੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੇ ਕਲਿਆਣ ਸਰੂਪ ਵਾਹਿਗੁਰੂ ਜੀ, ਮੇਰੀ ਇਹ ਅਰਦਾਸ ਹੈ ਤੇਰੇ ਚਰਨਾਂ ਵਿੱਚ। ਇਹ ਬਚਨ ਮਹਾਰਾਜ ਜੀ ਦਾ ਆਪਾਂ ਬਹੁਤ ਵਾਰੀ ਪੜ੍ਹਦੇ ਸੁਣਦੇ ਹਾਂ। ਮਹਾਰਾਜ ਜੀ ਕਹਿੰਦੇ ਦੇਹ ਸ਼ਿਵਾ ਬਰ ਮੋਹ ਇਹ ਹੈ, ਸ਼ੁਭ ਕਰਮਣ ਤੇ ਕਬਹੂ ਨਾ ਟਰੋਂ। ਦੇਹ ਸ਼ਿਵਾ, ਸ਼ਿਵਾ ਦਾ ਅਰਥ ਇੱਥੇ ਸ਼ਿਵ ਜੀ ਤੋਂ ਨਹੀਂ ਹੈ। ਸ਼ਿਵਾ ਦਾ ਅਰਥ ਹੈ ਕਲਿਆਣ ਸਰੂਪ ਵਾਹਿਗੁਰੂ, ਜੋ ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ। ਹੇ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ। ਕੀ ਕਿਰਪਾ ਕਰੋ? ਸ਼ੁਭ ਕਰਮਣ ਤੇ ਕਬਹੂ ਨਾ ਟਰੋਂ, ਵੀ ਚੰਗੇ ਕਰਮ ਕਰਨ ਤੋਂ ਮੈਂ ਕਦੇ ਵੀ ਟਲਾਂ ਨਾ, ਪਾਸਾ ਨਾ ਵਟਾਂ, ਹਮੇਸ਼ਾ ਚੰਗੇ ਕਰਮ ਕਰਦਾ ਰਵਾਂ। ਇਹ ਅਰਦਾਸ ਮਹਾਰਾਜ ਜੀ ਆਪ ਵੀ ਕਰਦੇ, ਤੇ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਵੀ ਅਰਦਾਸ ਸਿਖਾਈ ਕਿ ਹਮੇਸ਼ਾ ਚੰਗੇ ਕਰਮ ਕਰਨੇ ਨੇ। ਚੰਗੇ ਕਰਮ, ਮਾੜਾ ਬੀਜ ਨਹੀਂ ਬੀਜਣਾ। ਜਿਵੇਂ ਆਪਾਂ ਦੇਖੋ ਕਿੰਨੇ ਸਿਆਣੇ ਆ ਜ਼ਿਮੀਂਦਾਰ, ਕੋਈ ਵੀ ਆਪਾਂ ਫਿਰ ਕੰਮ ਕਰਨਾ ਦੁਨੀਆ ਦੇ ਵਿੱਚ, ਕੋਈ ਫਸਲ ਬੀਜਣੀ ਆ ਜਾਂ ਕੋਈ ਵੀ ਕੰਮ ਕਰਨਾ ਹੋਵੇ, ਉਹਦਾ ਫਲ ਪਹਿਲਾਂ ਸੋਚਿਆ ਜਾਂਦਾ। ਬੀਜ ਬੀਜਣ ਲੱਗਿਆਂ ਵੀ ਆਪਾਂ ਸੋਚਦੇ ਆ ਨਾ ਵੀ ਝਾੜ ਚੰਗਾ ਨਿਕਲੇ। ਅੱਜ ਜਿਵੇਂ ਹੁਣ ਝੋਨੇ ਦੀ ਫਸਲ ਆਉਣੀ ਆ, ਤੇ ਜਦੋਂ ਬੀਜੀ ਸੀ ਇਹ, ਤੇ ਉਦੋਂ ਲਾਇਆ ਗਿਆ ਜਦੋਂ, ਤੇ ਚੰਗਾ ਬੀਜ ਵੇਖ ਕੇ, ਪੁੱਛ ਕੇ, ਪੜਤਾਲ ਕਰਕੇ ਵੀ ਕਿਹਦਾ ਝਾੜ ਚੰਗਾ ਨਿਕਲੂਗਾ ਤੇ ਖਰਚਾ ਕੀ ਤੇ ਘੱਟ ਆਊਗਾ। ਝਾੜ ਚੰਗਾ ਨਿਕਲੇ, ਖਰਚਾ ਘੱਟ ਹੋਵੇ, ਤੇ ਉਸ ਤਰ੍ਹਾਂ ਦਾ ਆਪਾਂ ਬੀਜ ਬੀਜਦੇ ਹਾਂ। ਹੁਣ ਕਣਕ ਬੀਜਣੀ ਆ, ਹੋਰ ਫਸਲਾਂ ਕਈ ਬੀਜੀਆਂ ਜਾਣੀਆਂ, ਤੇ ਉਦੋਂ ਬੀਜਣ ਲੱਗਿਆਂ ਵੀ ਆਪਾਂ ਇਹ ਬੀਜ ਜਿਹੜਾ ਹੈ ਨਾ ਵੇਖ ਕੇ ਚੰਗਾ ਵਧੀਆ ਬੀਜ ਪਾਉਂਦੇ ਆ। ਪਰ ਜਦੋਂ ਮਨੁੱਖ ਆਪਣੇ ਸਰੀਰ ਵਾਸਤੇ ਕਰਮ ਕਰਦਾ, ਉਦੋਂ ਨਹੀਂ ਖਿਆਲ ਕਰਦਾ। ਇਹ ਦੁਨਿਆਵੀ ਤੌਰ ਤੇ ਤਾਂ ਖਿਆਲ ਕਰਦਾ ਹਰੇਕ ਚੀਜ਼ ਦਾ, ਪਰ ਸਰੀਰ ਰੂਪੀ ਖੇਤ ਵਿੱਚ ਬੀਜ ਪਾਉਣ ਲੱਗਿਆਂ ਇਹ ਖਿਆਲ ਨਹੀਂ ਕਰਦਾ ਕਿ ਇਹਦੇ ਵਿੱਚ ਮੈਂ ਚੰਗਾ ਬੀਜ ਪਾਵਾਂ ਕਿ ਮਾੜਾ ਬੀਜ ਪਾਵਾਂ। ਪਤਾ ਇਹਨੂੰ ਸਾਰਾ ਹੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਵੀ ਮਨ ਸਾਰੀ ਗੱਲ ਜਾਣਦਾ ਵੀ ਕਿਹੜਾ ਚੰਗਾ ਕੰਮ ਹੈ, ਕਿਹੜਾ ਮਾੜਾ ਕੰਮ ਹੈ। ਇੱਕ ਸ਼ਰਾਬੀ ਬੰਦਾ ਹੈ, ਉਹਨੂੰ ਵੀ ਇਹ ਪਤਾ ਕਿ ਸ਼ਰਾਬ ਪੀਣੀ ਜਿਹੜੀ ਹੈ ਮਾੜੀ ਹੈ, ਉਹਨੂੰ ਵੀ ਪਤਾ। ਨਸ਼ਾ ਕਰਨ ਵਾਲੇ ਨੂੰ ਵੀ ਪਤਾ, ਚੋਰੀ ਕਰਨ ਵਾਲੇ ਨੂੰ ਵੀ ਪਤਾ, ਪਾਪ ਕਰਮ ਕਰਨ ਵਾਲੇ ਨੂੰ ਵੀ ਪਤਾ ਕਿ ਇਹ ਕੰਮ ਮਾੜਾ। ਪਰ ਮਹਾਰਾਜ ਕਹਿੰਦੇ ਮਨ ਜਾਣਤ ਸਭ ਬਾਤ, ਮਨ ਸਾਰੀ ਗੱਲ ਜਾਣਦਾ ਹੈ। ਇੱਕ ਦੱਸੋ ਵੀ ਕਿਹੜਾ ਬੰਦਾ ਭੁੱਲਿਆ? ਦੁਨੀਆ ਵਿੱਚ ਕੋਈ ਹੈ ਬੰਦਾ ਜਿਹਨੂੰ ਇਹ ਨਾ ਪਤਾ ਹੋਵੇ ਕਿ ਸ਼ਰਾਬ ਮਾੜੀ ਚੀਜ਼ ਹੈ? ਜਾਂ ਨਸ਼ਾ ਜਿਹੜੇ ਲੋਕ ਕਰਦੇ ਉਹਨਾਂ ਨੂੰ ਪੁੱਛੀਏ, ਉਹ ਕਹਿਣ ਵੀ ਨਹੀਂ ਜੀ ਨਸ਼ਾ ਮਾੜਾ ਨਹੀਂ, ਪਤਾ ਉਹਨਾਂ ਨੂੰ ਸਾਰਾ ਹੀ ਹੈ। ਪਰ ਮਹਾਰਾਜ ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਾਣਦਿਆਂ ਹੋਇਆਂ ਵੀ ਔਗਣ ਕਰਦਾ, ਜਾਣ ਕੇ ਪਾਪ ਕਰਦਾ ਹੈ, ਜਾਣ ਕੇ, ਜਾਣ ਬੁੱਝ ਕੇ ਪਾਪ ਕਰਦਾ ਹੈ। ਦੁਨੀਆ ਵਿੱਚ ਕੋਈ ਬੰਦਾ ਜਿਹੜਾ ਕਹਿ ਹਾਂ ਕੋਈ ਪਾਗਲ ਹੋਵੇ, ਜਿਹਦੀ ਬੁੱਧੀ ਕੰਮ ਨਹੀਂ ਕਰਦੀ ਜਮਾਂ ਹੀ, ਆਪਾਂ ਕਹਿ ਦਿੰਦੇ ਵੀ ਇਹ ਪਾਗਲ ਹੈ ਬੰਦਾ, ਇਹਦੀ ਮੱਤ ਮਾਰੀ ਹੋਈ ਹੈ। ਉਹ ਤਾਂ ਹੋ ਸਕਦਾ ਉਹਨੂੰ ਨਾ ਪਤਾ ਹੋਵੇ, ਪਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਵੀ ਅੱਜ ਨਸ਼ੇ ਕਰੀ ਜਾਂਦੇ, ਉਹਨਾਂ ਨੂੰ ਤਾਂ ਪਤਾ ਨਾ ਵੀ ਨਸ਼ੇ ਮਾੜੇ ਨੇ, ਪਰ ਜਾਣ ਬੁੱਝ ਕੇ ਪਾਪ ਕਰਦਾ। ਤੇ ਮਹਾਰਾਜ ਜੀ ਨਾਲ ਇੱਕ ਉਦਾਹਰਨ ਦਿੰਦੇ ਆ। ਮਹਾਰਾਜ ਕਹਿੰਦੇ ਕਾਹੇ ਕੀ ਕੁਸਲਾਤ, ਵੀ ਫਿਰ ਖੁਸ਼ੀ, ਕੁਸਲਾਤ ਖੁਸ਼ੀ, ਵੀ ਖੁਸ਼ੀ ਕਿੱਥੋਂ ਪੈਦਾ ਹੋਵੇਗੀ, ਸੁੱਖ ਕਿੱਥੋਂ ਪੈਦਾ ਹੋਵੇਗਾ? ਕਿਉਂਕਿ ਜਦੋਂ ਪਾਪ ਬਾਰੇ ਤਾਂ ਪਤਾ ਹੈ, ਪਰ ਪਾਪ ਕਰਮ ਫਿਰ ਵੀ ਕਰੀ ਜਾਂਦਾ, ਜਾਣਦਿਆਂ ਬੁੱਝਦਿਆਂ ਕਰੀ ਜਾਂਦਾ। ਪਤਾ ਕਿ ਨਸ਼ਾ ਮਾੜਾ, ਪਤਾ ਰਿਸ਼ਵਤ ਲੈਣੀ ਮਾੜੀ ਹੈ, ਪਤਾ ਚੋਰੀ ਕਰਨੀ ਮਾੜੀ ਹੈ, ਪਤਾ ਪਾਪ ਕਰਨਾ ਮਾੜਾ ਹੈ, ਪਰ ਫਿਰ ਵੀ ਕਰੀ ਜਾਂਦਾ।
ਤੇ ਮਹਾਰਾਜ ਕਹਿੰਦੇ ਕਾਹੇ ਕੀ ਕੋ ਸਲਾਦ, ਵੀ ਫਿਰ ਖੁਸ਼ੀ ਕਿਵੇਂ ਹੋਵੇਗੀ, ਸੁੱਖ ਕਿਵੇਂ ਹੋਵੇਗਾ। ਹਾਥ ਦੀਪ ਕੂਏ ਪਰ, ਹੱਥ ਵਿੱਚ ਦੀਵਾ ਫੜਿਆ ਹੋਵੇ, ਕੂਏ ਖੂਹ ਵਿੱਚ ਕੋਈ ਡਿੱਗ ਪਵੇ। ਜਿਵੇਂ ਕੋਈ ਬੰਦਾ ਹੱਥ ਵਿੱਚ ਦੀਵਾ ਫੜ ਕੇ ਤੁਰਿਆ ਜਾਂਦਾ ਹੋਵੇ ਚਾਨਣ ਦੇ ਆਸਰੇ, ਅੱਗੇ ਖੂਹ ਆ ਜਾਵੇ, ਪਰ ਦੀਵਾ ਫੜਿਆ, ਦੀਵੇ ਨੇ ਦਿਖਾ ਵੀ ਦਿੱਤਾ ਉਹਦੇ ਚਾਨਣ ਨੇ ਕਿ ਖੂਹ ਹੈ, ਤੇ ਖੂਹ ਤੋਂ ਪਾਸਾ ਵੱਟ ਕੇ ਵੀ ਲੰਘ ਸਕਦਾ ਸੀ, ਪਰੇ ਦੀ ਹੋ ਕੇ ਲੰਘ ਸਕਦਾ ਸੀ, ਪਰ ਦੀਵਾ ਫੜਿਆ ਸੀ ਹੱਥ ਵਿੱਚ, ਫਿਰ ਵੀ ਖੂਹ ਵਿੱਚ ਡਿੱਗ ਪਿਆ। ਉਵੇਂ ਹੀ ਹਰ ਮਨੁੱਖ ਨੂੰ ਪਤਾ ਕਿ ਕਿਹੜਾ ਕਰਮ ਚੰਗਾ, ਕਿਹੜਾ ਮਾੜਾ। ਇਹ ਨਹੀਂ ਕਿ ਕੋਈ ਬੰਦਾ ਇਹ ਕਹਿ ਦੇਵੇ ਕਿ ਨਹੀਂ ਮੈਨੂੰ ਪਤਾ ਹੀ ਨਹੀਂ, ਹਰ ਕਿਸੇ ਨੂੰ ਪਤਾ ਵੀ ਕਿਹੜਾ ਕਰਮ ਚੰਗਾ ਹੈ, ਕਿਹੜਾ ਮਾੜਾ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਪਰ ਜਦੋਂ ਇਹ ਬੀਜ ਲੈਂਦਾ ਨਾ ਕਰਮਾਂ ਦੇ, ਫਿਰ ਇਹ ਦੂਜੇ ਨੂੰ ਦੋਸ਼ ਦੇਣ ਲੱਗ ਪੈਂਦਾ ਕਿ ਫਲਾਣੇ ਕਰਕੇ ਮੈਨੂੰ ਦੁੱਖ ਆਇਆ, ਫਲਾਣੇ ਕਰਕੇ ਘਾਟਾ ਪੈ ਗਿਆ। ਮਹਾਰਾਜ ਕਹਿੰਦੇ ਨਹੀਂ, ਇਹ ਤੇਰੇ ਬੀਜੇ ਹੋਏ, ਤੇਰੇ ਕਮਾਏ ਹੋਏ ਕਰਮ ਨੇ। ਜਿਹੋ ਜਿਹਾ ਤੂੰ ਬੀਜ ਕੇ ਆਇਆ ਨਾ, ਕਈ ਦੇਖੋ ਬੀਜਦੇ ਆਪਾਂ, ਉਹ ਛੇਤੀ ਫਲ ਦੇ ਦਿੰਦਾ, ਪਰ ਕਈ ਬੀਜ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ 20-20, 25-25 ਸਾਲ ਲੱਗ ਜਾਂਦੇ। ਜਿਵੇਂ ਇਮਲੀ ਦਾ ਦਰਖਤ, ਉਹਦੇ ਬਾਰੇ ਦੱਸਿਆ ਜਾਂਦਾ ਕਿ ਇਮਲੀ ਜਿਹੜੀ ਹੈ ਨਾ 20-25 ਸਾਲ ਬਾਅਦ ਫਲ ਦਿੰਦੀ ਹੈ। ਇਹ ਨਹੀਂ ਕਿ ਇਮਲੀ ਦਾ ਬੀਜ ਅੱਜ ਬੀਜਿਆ ਤੇ 6 ਮਹੀਨਿਆਂ ਬਾਅਦ ਉਹ ਫਲ ਦੇਣ ਲੱਗ ਪਵੇਗੀ, ਪਰ ਇਮਲੀ ਦਾ ਦਰਖਤ ਜਿਹੜਾ ਹੈ ਉਹ 20-25 ਸਾਲ ਬਾਅਦ ਜਾ ਕੇ ਫਲ ਦਿੰਦਾ। ਪਰ ਮਨੁੱਖ ਦੀ ਹਾਲਤ ਦੇਖਿਓ ਕੀ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨਾ ਆਪਣੀ ਬਾਣੀ, ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਇਂਦਾ, ਪੈਂਦਾ ਲੋੜ ਹੈ ਪੱਟ। ਵੀ ਕਹਿੰਦੇ ਜਿਵੇਂ ਇੱਕ ਜ਼ਿਮੀਂਦਾਰ ਹੈ ਨਾ, ਉਹਨੇ ਬੀਜੀਆਂ ਤਾਂ ਕਿੱਕਰਾਂ ਦੇ ਬੀਜ ਬੀਜੇ, ਕਿੱਕਰ ਬੀਜਿਆ ਜੱਟ, ਤੇ ਭਾਲਦਾ ਕੀ ਹੈ, ਲੋੜ ਹੈ ਦਾਖ ਬਜੌਰੀਆਂ, ਦਾਖਾਂ ਭਾਲਦਾ ਬਜੌਰ ਦੇਸ਼ ਦੀਆਂ। ਹੁਣ ਬੀਜ ਕਿੱਕਰਾਂ ਦੇ ਬੀਜੇ, ਤੇ ਹੁਣ ਕਿੱਕਰਾਂ ਦੇ ਬੀਜ ਕੇ ਕੰਡੇ ਹੀ ਮਿਲਣਗੇ ਨਾ, ਬਜੌਰ ਦੇਸ਼ ਦੀਆਂ ਦਾਖਾਂ ਤਾਂ ਮਿਲ ਨਹੀਂ ਲੱਗੀਆਂ। ਪਰ ਮਨੁੱਖ ਦੀ ਹਾਲਤ ਤੇ ਬੀਜੈ ਬਿਖ, ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਬੀਜਦਾ ਤਾਂ ਜ਼ਹਿਰ ਹੈ, ਹੁਣ ਸਰੀਰ 'ਚ ਪਾਈ ਤੇ ਜਾਂਦਾ ਨਸ਼ੇ, ਜ਼ਹਿਰ ਹੀ ਆ। ਸ਼ਰਾਬ ਪਾ ਲਈ ਸਰੀਰ 'ਚ, ਨਸ਼ੇ ਪਾ ਲਏ, ਈਰਖਾ, ਸਾੜਾ, ਦਵੈਸ਼, ਇਹ ਚੀਜ਼ਾਂ ਬੀਜ ਲਈਆਂ। ਬੀਜੈ ਬਿਖ, ਮੰਗੈ ਅੰਮ੍ਰਿਤ, ਪਰ ਕਵੇ ਕਿ ਪੈਦਾ ਇਹਦੇ ਵਿੱਚੋਂ ਅੰਮ੍ਰਿਤ ਹੋ ਜਾਵੇ। ਤੇ ਮਹਾਰਾਜ ਕਹਿੰਦੇ ਫਿਰ ਇਹ ਨਿਆਉ ਤਾਂ ਨਾ ਹੋਇਆ। ਜਿਹੋ ਜੇ ਕਰਮ ਕਰਦਾ, ਹੰਡੈ ਉੱਨ ਕਤਾਇਂਦਾ, ਕੱਤਦਾ ਤੂੰ ਕਹਿੰਦੇ ਉੱਨ ਪਿਆ, ਤੇ ਜੇ ਭਾਲਦਾ ਕਿ ਸਰੀਰ ਦੇ ਉੱਤੇ ਰੇਸ਼ਮ ਪਹਿਨ ਲਵਾਂ, ਪੈਦਾ ਲੋੜ ਹੈ ਪੱਟ, ਪੱਟ ਰੇਸ਼ਮੀ ਕੱਪੜੇ ਨੂੰ ਕਹਿੰਦੇ। ਵੀ ਤੂੰ ਕਪਾਹ ਤੋਂ ਕੱਪੜਾ ਬਣਾਇਆ ਹੈ, ਉੱਨ ਕੱਤੀ ਹੈ, ਸੂਤ ਬਣਾਇਆ, ਕਪਾਹ ਤੋਂ ਕੱਪੜਾ ਬਣਿਆ, ਉਹ ਹੀ ਪਹਿਨੇਗਾ ਨਾ ਜਿਹੜਾ ਕੱਤਿਆ। ਹੁਣ ਕਪਾਹ ਦਾ ਕੱਤਿਆ ਹੋਇਆ ਕੱਪੜਾ ਜਿਹੜਾ ਹੈ ਉਹ ਰੇਸ਼ਮ ਦਾ ਕਿਵੇਂ ਬਣ ਜਾਵੇਗਾ? ਜੋ ਬੀਜਿਆ ਉਹ ਤਾਂ ਵੱਢਣਾ ਹੀ ਪੈਣਾ ਹੈ। ਪਰ ਮਹਾਰਾਜ ਜੀ ਕਹਿੰਦੇ ਇੱਥੇ ਵੀ ਹਰ ਮਨੁੱਖ ਜਿਹੜਾ ਨਾ ਦੂਸਰੇ ਨੂੰ ਦੋਸ਼ ਦਿੰਦਾ ਹੈ ਵੀ ਇਹਦੇ ਕਰਕੇ ਇਹ ਕੰਮ ਹੋਇਆ, ਨਹੀਂ ਤੇ ਮੇਰਾ ਕੰਮ ਤਾਂ ਸਹੀ ਚੱਲਦਾ ਸੀ ਸਾਰਾ। ਆਪਣੇ ਉੱਪਰ ਦੋਸ਼ ਨਹੀਂ ਕਦੇ ਵੀ ਲੈਂਦਾ। ਪਰ ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਊ ਕਿਸੇ ਨੂੰ ਦੋਸ਼ ਨਾ ਦੇ। ਦੋਸ਼ ਕਰਮਾਂ ਆਪਣਿਆਂ, ਵੀ ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਤੂੰ ਕੋਈ ਕਰਮ ਇਹੋ ਜਿਹੇ ਕੀਤੇ ਨੇ ਜਿਨ੍ਹਾਂ ਦਾ ਫਲ ਤੈਨੂੰ ਦੁੱਖ ਤੇ ਸੁੱਖ ਭੁਗਤਣਾ ਪੈ ਰਿਹਾ। ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਫਿਰ ਪਰਮੇਸ਼ਰ ਪਰਮਾਤਮਾ ਜੋ ਪਰਮ ਈਸ਼ਰ ਹੈ, ਸਭ ਤੋਂ ਵੱਡਾ ਹੈ, ਉਹਨੂੰ ਭੁੱਲ ਜਾਣਾ। ਉਹਨੂੰ ਭੁੱਲਣ ਤੇ ਹੀ ਸਾਰੇ ਰੋਗ, ਜਿੰਨੇ ਵੀ ਰੋਗ ਨੇ ਨਾ, ਪਰਮਾਤਮਾ ਨੂੰ ਭੁੱਲਣ ਤੇ ਹੀ ਰੋਗ ਪੈਦਾ ਹੁੰਦੇ ਨੇ।
ਜੇ ਪ੍ਰਮਾਤਮਾ ਚੇਤੇ ਰਵੇ ਤਾਂ ਖੁਸ਼ੀ ਹੈ, ਆਨੰਦ ਹੈ। ਤੇ ਜੇ ਪ੍ਰਮਾਤਮਾ ਭੁੱਲ ਜਾਂਦਾ ਨਾ, ਕਿਉਂਕਿ ਮਨੁੱਖ ਦੀ ਹਾਲਤ ਹੀ ਇਸ ਤਰ੍ਹਾਂ ਦੀ, ਮਹਾਰਾਜ ਬਾਣੀ ਅੰਦਰ ਕਹਿੰਦੇ ਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਵੀ ਖਸਮ ਨੂੰ ਵਿਸਾਰਤਾ, ਆਪਣੇ ਮਾਲਕ ਨੂੰ, ਵਾਹਿਗੁਰੂ ਨੂੰ ਵਿਸਾਰਤਾ ਤੇ ਦੁਨੀਆ ਨਾਲ ਚਿੱਤ ਲਾ ਲਿਆ, ਪਰਮੇਸ਼ਰ ਨੂੰ ਭੁੱਲ ਗਿਆ। ਪਰਮੇਸ਼ਰ ਨੂੰ ਭੁੱਲਣ ਤੇ ਹੀ ਕਹਿੰਦੇ ਸਾਰੇ ਜਿੰਨੇ ਵੀ ਰੋਗ ਨੇ ਨਾ ਉਹ ਮਨੁੱਖ ਨੂੰ ਲੱਗ ਜਾਂਦੇ ਆ। ਜੇ ਪਰਮੇਸ਼ਰ ਦਾ ਨਾਮ ਜਪਦਾ ਰਵੇ ਤਾਂ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜਿੰਨੇ ਵੀ ਰੋਗ ਨੇ, ਈਰਖਾ, ਸਾੜਾ, ਦਵੈਸ਼, ਹਉਮੈ, ਇਹ ਸਾਰੇ ਨਾਮ ਇਹਨਾਂ ਨੂੰ ਖਤਮ ਕਰ ਦਿੰਦਾ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਮਹਾਰਾਜ ਕਹਿੰਦੇ ਜਿਹੜੇ ਵੇਮੁਖ ਹੋ ਜਾਂਦੇ RAM ਤੋਂ, ਪਰਮੇਸ਼ਰ ਤੋਂ ਮੂੰਹ ਫੇਰ ਲੈਂਦੇ ਆ। ਇੱਕ ਹੁੰਦਾ ਸਨਮੁਖ, ਗੁਰੂ ਦੇ ਸਨਮੁਖ ਹੋਣਾ, ਪਰਮੇਸ਼ਰ ਦੇ ਸਨਮੁਖ ਹੋਣਾ। ਇੱਕ ਹੁੰਦਾ ਵੇਮੁਖ, ਗੁਰੂ ਤੋਂ ਵੇਮੁਖ ਹੋ ਜਾਣਾ, ਗੁਰੂ ਤੋਂ ਮੁਖ ਮੋੜ ਲੈਣਾ। ਮਹਾਰਾਜ ਕਹਿੰਦੇ ਜਿਹੜੇ ਆਪਣੇ ਗੁਰੂ ਤੋਂ, ਆਪਣੇ RAM ਤੋਂ, ਵਾਹਿਗੁਰੂ ਤੋਂ ਮੁਖ ਮੋੜ ਲੈਂਦੇ ਨੇ ਨਾ, ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਰੋਗ ਲੱਗ ਜਾਂਦੇ ਆ। ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪੈ ਜਾਂਦਾ। ਉਹ ਕਿਵੇਂ ਪੈਂਦਾ? ਜਦੋਂ ਜੀਵ ਪਰਮੇਸ਼ਰ ਤੋਂ ਵਿਮੁਖ ਹੋ ਜਾਂਦਾ। ਪਰਮੇਸ਼ਰ ਤੋਂ ਵਿਮੁਖ ਹੋਇਆਂ ਵੀ ਜਨਮਾਂ ਜਨਮਾਂਤਰਾਂ ਦੇ ਰੋਗ ਲੱਗ ਜਾਂਦੇ ਆ, ਵਿਛੋੜੇ ਪੈ ਜਾਂਦੇ ਆ। ਜਦੋਂ ਕੋਈ ਗੁਰੂ ਤੋਂ ਵੀ ਵਿਮੁਖ ਹੋ ਜਾਂਦਾ ਨਾ ਤਾਂ ਉਦੋਂ ਵੀ ਪੈ ਜਾਂਦੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਦੁਨੀਆ ਦਾ ਭਲਾ ਕਰਨ ਵਾਸਤੇ ਸੰਸਾਰ ਵਿੱਚ ਆਏ। ਸਤਿਗੁਰਾਂ ਨੂੰ ਇੱਕ ਸਿੱਖ ਮਿਲਿਆ ਸਿਆਲਕੋਟ ਦੇ ਵਿੱਚ। ਜਦੋਂ ਮਹਾਰਾਜ ਜੀ ਸਿਆਲਕੋਟ ਗਏ ਨਾ, ਉੱਥੇ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ, ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਆ। ਭਾਈ ਮਰਦਾਨਾ ਬਾਜ਼ਾਰ ਵਿੱਚ ਗਿਆ ਤੇ ਉੱਥੇ ਇੱਕ ਮਨੁੱਖ ਜਿਹਦਾ ਇਤਿਹਾਸ ਵਿੱਚ ਨਾਂ ਲਿਖਿਆ ਭਾਈ ਮੂਲਾ, ਉਹ ਦੁਕਾਨਦਾਰ ਸੀ। ਉਹਦੇ ਕੋਲ ਗਿਆ ਤੇ ਉਹਨੇ ਲਿਖ ਕੇ ਦਿੱਤਾ ਕਾਗਜ਼ ਤੇ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਦੋਂ ਉਹਨੇ ਲਿਖ ਦਿੱਤਾ, ਮਹਾਰਾਜ ਦੇ ਕੋਲ ਲੈ ਕੇ ਆਇਆ ਭਾਈ ਮਰਦਾਨਾ। ਭਾਈ ਮਰਦਾਨਾ ਇਹਨੂੰ ਮਹਾਰਾਜ ਜੀ ਕਹਿੰਦੇ ਇਹ ਕਿਹਨੇ ਲਿਖਿਆ? ਜਾ ਉਹਨੂੰ ਵੀ ਲੈ ਕੇ ਆ। ਭਾਈ ਮੂਲਾ ਆਇਆ। ਭਾਈ ਮੂਲੇ ਨੂੰ ਮਹਾਰਾਜ ਜੀ ਕਹਿੰਦੇ ਵੇ ਜਿਹੜੀ ਇਹ ਗੱਲ ਤੂੰ ਲਿਖੀ ਹੈ, ਇਹਨੂੰ ਕਮਾਇਆ ਵੀ ਆਪਣੀ ਜ਼ਿੰਦਗੀ 'ਚ? ਵੀ ਮਰਨਾ ਸੱਚ ਤੇ ਜਿਉਣਾ ਝੂਠ, ਵੀ ਇਸ ਗੱਲ ਨੂੰ ਕਮਾਇਆ? ਕਈ ਵਾਰ ਦੇਖਿਓ ਮਨੁੱਖ ਕੋਲੇ ਗਿਆਨ ਬਹੁਤ ਹੁੰਦਾ, ਸੁਣ ਲੈਂਦਾ, ਇੱਧਰੋਂ ਉੱਧਰੋਂ ਗੱਲਾਂ ਸੁਣ ਕੇ ਗਿਆਨੀ ਬਣ ਜਾਂਦਾ। ਪਰ ਜਿੰਨਾ ਚਿਰ ਉਹ ਗਿਆਨ ਅਸੀਂ ਆਪਣੇ ਜੀਵਨ ਵਿੱਚ ਕਮਾਉਂਦੇ ਨਹੀਂ ਨਾ, ਉਨਾ ਚਿਰ ਉਹ ਗਿਆਨ ਸਫਲਾ ਨਹੀਂ ਹੁੰਦਾ। ਕਮਾਉਣਾ ਵੀ ਪੈਂਦਾ। ਜਿਵੇਂ ਮਹਾਰਾਜ ਜੀ ਕਹਿੰਦੇ ਬਾਣੀ ਦੇ ਅੰਦਰ ਕਿ ਜਿਹੜਾ ਪਾਪੀ ਬੰਦਾ ਹੁੰਦਾ ਨਾ, ਉਹ ਬਹੁਤ ਨਗੁਰਾ ਬੰਦਾ ਹੁੰਦਾ, ਉਹ ਬਹੁਤ ਗੱਲਾਂ ਜਾਣਦਾ ਹੁੰਦਾ, ਪਰ ਹਰੀ ਪ੍ਰਮਾਤਮਾ ਦੀ ਦਰਗਾਹ ਵਿੱਚ ਉਹ ਭ੍ਰਿਸ਼ਟਿਆ ਹੁੰਦਾ। ਹੋ ਸਕਦਾ ਵੀ ਇੱਕ ਗਿਆਨਵਾਨ ਬੰਦਾ ਹੋਵੇ, ਗਿਆਨੀ ਹੋਵੇ, ਉਹਦੇ ਨਾਲੋਂ ਇੱਕ ਸ਼ਰਾਬੀ ਬੰਦਾ ਬਹੁਤ ਗਿਆਨ ਦੀਆਂ ਗੱਲਾਂ ਕਰਦਾ ਹੋਵੇ, ਪਰ ਉਹਨੇ ਗਿਆਨ ਕਮਾਇਆ ਤਾਂ ਨਹੀਂ ਨਾ ਫਿਰ, ਜੇ ਉਹ ਨਸ਼ਾ ਹੀ ਕਰੀ ਜਾਂਦਾ। ਹੁਣ ਭਾਈ ਮੂਲੇ ਨੂੰ ਮਹਾਰਾਜ ਕਹਿੰਦੇ ਆ ਕਿ ਗੁਰਮੁਖਾ ਇਹਨੂੰ ਕਮਾਇਆ ਵੀ ਆਪਣੀ ਜ਼ਿੰਦਗੀ 'ਚ? ਕਹਿੰਦਾ ਨਹੀਂ ਮਹਾਰਾਜ, ਕਮਾਉਣ ਦਾ ਕਿੱਥੇ ਸਮਾਂ ਸਾਡੇ ਕੋਲੇ, ਦੁਨਿਆਵੀ ਲੋਕ ਆ ਅਸੀਂ। ਹਾਂ, ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਕੋਲੋਂ ਬਚਨ ਸੁਣ ਲਈਦੇ ਆ ਤੇ ਸੁਣ ਕੇ ਗਾਂਹ ਕਿਸੇ ਨੂੰ ਸੁਣਾ ਦੇਈਦੇ ਆ। ਇਹੋ ਜਿਹੇ ਲੋਕ ਦੁਨੀਆ ਵਿੱਚ ਬਹੁਤ ਮਿਲ ਜਾਂਦੇ ਆ, ਜਿਹੜੇ ਸੁਣ ਕੇ ਗਾਂਹ ਸੁਣਾਉਣ ਵਾਲੇ, ਆਪ ਨਹੀਂ ਕਮਾਉਣਾ ਕੁਝ ਵੀ। ਮਹਾਰਾਜ ਕਹਿੰਦੇ ਚੱਲ ਫਿਰ ਸਾਡੇ ਨਾਲ, ਜੇ ਕਮਾਉਣਾ ਚਾਹੁੰਦਾ, ਤੈਨੂੰ ਜ਼ਿੰਦਗੀ ਦਾ ਸੱਚ ਦੱਸੀਏ, ਜੋ ਤੂੰ ਲਿਖਿਆ ਤੈਨੂੰ ਕਮਾ ਕੇ ਵਿਖਾਈਏ। ਹੁਣ ਨਾ ਨਹੀਂ ਕਰ ਸਕਦਾ ਸੀ। ਮਹਾਰਾਜ ਦੇ ਨਾਲ ਤਕਰੀਬਨ 6 ਮਹੀਨੇ ਰਿਹਾ। 6 ਮਹੀਨਿਆਂ ਬਾਅਦ ਮਹਾਰਾਜ ਜੀ ਉਹਨੂੰ ਕਹਿੰਦੇ ਪਰਖ ਕਰਨ ਵਾਸਤੇ ਕਿ ਤੇਰੀ ਘਰ ਵਾਲੀ ਘਰੇ ਚਿਖਾ ਬਣਾ ਕੇ ਬੈਠੀ ਹੈ,
ਪਿੰਡ ਦੇ ਲੋਕਾਂ ਨੇ ਉਹਨੂੰ ਕਹਿ ਦਿੱਤਾ ਵੀ ਤੇਰੇ ਘਰ ਵਾਲੇ ਨੇ ਵਾਪਸ ਨਹੀਂ ਆਉਣਾ, ਉਹ ਤਾਂ ਸਾਧ ਬਣ ਗਿਆ, ਸਾਧਾਂ ਨਾਲ ਚਲਾ ਗਿਆ, ਸਾਧ ਬਣ ਗਿਆ, ਤੇ ਤੂੰ ਹੁਣ ਕਿਵੇਂ ਗੁਜ਼ਾਰਾ ਕਰੇਂਗੀ। ਤੇ ਉਹ ਹੁਣ ਚਿਖਾ ਬਣਾ ਕੇ ਬੈਠੀ ਕਿ ਮੈਂ ਸੜ ਜਾਣਾ, ਵੀ ਮੇਰੇ ਪਤੀ ਨੇ ਵਾਪਸ ਤਾਂ ਆਉਣਾ ਨਹੀਂ। ਮਹਾਰਾਜ ਜੀ ਉਹਨੂੰ ਪੁੱਛਦੇ ਵੀ ਮੂਲਿਆ ਦੱਸ, ਹੁਣ ਤੂੰ ਸਾਡੇ ਕੋਲ ਰਹਿਣਾ ਕਿ ਆਪਣੇ ਪਰਿਵਾਰ ਨੂੰ ਬਚਾਉਣਾ। ਜੇ ਤਾਂ ਉਹਦੀ ਹੁਣ ਭਾਵਨਾ ਬਣੀ ਹੁੰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਤੇ, ਤਾਂ ਫਿਰ ਤਾਂ ਕਹਿ ਦਿੰਦਾ ਮਹਾਰਾਜ ਜੀ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ, ਇੱਥੇ ਬੈਠੇ ਮੇਰਾ ਪਰਿਵਾਰ ਵੀ ਬਚਾ ਸਕਦੇ, ਮੈਨੂੰ ਵੀ ਬਚਾ ਸਕਦੇ ਹੋ। ਪਰ ਕਹਿਣ ਲੱਗਾ ਮਹਾਰਾਜ ਜੀ ਕੋਈ ਕਰਮ ਮਾੜੇ ਕਹਿ ਲਈਏ। ਕਹਿਣ ਲੱਗਾ ਮਹਾਰਾਜ ਜੀ ਪਰਿਵਾਰ ਤਾਂ ਬਚਾ ਲਵਾਂ, ਤੁਹਾਡੀ ਸੰਗਤ ਤਾਂ ਫਿਰ ਵੀ ਕਰ ਲਵਾਂਗੇ, ਜਿਵੇਂ ਆਪਾਂ ਕਹਿ ਹੀ ਦਿੰਦੇ ਬਾਣੀ ਫਿਰ ਪੜ੍ਹ ਲਵਾਂਗੇ, ਸਿਮਰਨ ਫੇਰ ਕਰ ਲਵਾਂਗੇ, ਅੰਮ੍ਰਿਤ ਫੇਰ ਛਕ ਲਵਾਂਗੇ। ਕਥਾ ਦਾ ਕੀ ਹੈ, ਕਥਾ ਤਾਂ ਰੋਜ਼ ਹੀ ਹੁੰਦੀ ਗੁਰੂ ਘਰ ਵਿਖੇ, ਫਿਰ ਸੁਣ ਲਵਾਂਗੇ ਕਿਤੇ। ਕਹਿਣ ਲੱਗਾ ਪਰਿਵਾਰ ਬਚਾ ਲਈਏ ਮਹਾਰਾਜ। ਮਹਾਰਾਜ ਕਹਿੰਦੇ ਚੱਲ ਠੀਕ ਹੈ ਜਾ ਤੂੰ। ਕਾਫੀ ਸਮਾਂ ਬਤੀਤ ਹੋਇਆ। ਫਿਰ ਇੱਕ ਦਿਨ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਚੱਲ ਚੱਲੀਏ ਸਿਆਲਕੋਟ, ਨਾ ਸਾਡਾ ਇੱਕ ਸਿੱਖ ਰਹਿੰਦਾ ਬੜਾ ਪਿਆਰਾ ਪ੍ਰੇਮੀ ਸਿੱਖ, ਉਹਨੂੰ ਮਿਲ ਕੇ ਆਈਏ। ਜਦੋਂ ਮਹਾਰਾਜ ਜੀ ਸਿਆਲਕੋਟ ਦੂਸਰੀ ਵਾਰ ਜਾਂਦੇ ਨੇ ਨਾ, ਭਾਈ ਮੂਲੇ ਦੇ ਘਰ ਨੂੰ ਤੁਰੇ ਜਾਂਦੇ ਮਹਾਰਾਜ, ਤੇ ਉਹਦੀ ਘਰ ਵਾਲੀ ਛੱਤ ਤੇ ਚੜੀ ਹੋਈ, ਉਹਨੇ ਵੇਖ ਲਿਆ ਵੀ ਉਹ ਤਿੰਨੇ ਸਾਧ ਫੇਰ ਆਉਂਦੇ, ਵੀ ਕਿਤੇ ਮੇਰੇ ਪਤੀ ਨੂੰ ਲੈ ਹੀ ਨਾ ਜਾਣ। ਤੇ ਉਹਨੇ ਕੀ ਕੀਤਾ ਵੀ ਭਾਈ ਮੂਲੇ ਨੂੰ ਕਹਿਣ ਲੱਗੀ ਵੀ ਉਹ ਤਿੰਨੇ ਸਾਧ ਫੇਰ ਆਉਂਦੇ ਤੇ ਤੂੰ ਇਉਂ ਕਰ, ਜਿਹੜਾ ਪਾਥੀਆਂ ਦਾ ਘੀਰਾ ਨਾ ਇਹਦੇ ਵਿੱਚ ਲੁਕ ਜਾ। ਹੁਣ ਭਾਈ ਮੂਲਾ ਜਿਹੜਾ ਸੀ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਘੀਰੇ ਵਿੱਚ ਲੁਕ ਗਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਵਾਜ਼ ਮਾਰਦੇ ਮੂਲਿਆ ਦਰਵਾਜ਼ਾ ਖੋਲ। ਅੱਗੋਂ ਘਰ ਵਾਲੀ ਕਹਿੰਦੀ ਆ ਕਿ ਮਹਾਰਾਜ ਮੂਲਾ ਘਰ ਨਹੀਂ ਹੈਗਾ। ਮਹਾਰਾਜ ਜੀ ਫਿਰ ਆਵਾਜ਼ ਮਾਰਦੇ ਮੂਲਿਆ ਦਰਵਾਜ਼ਾ ਖੋਲ। ਘਰ ਵਾਲੀ ਕਹਿੰਦੀ ਮਹਾਰਾਜ ਜੀ ਮੂਲਾ ਘਰ ਨਹੀਂ ਹੈਗਾ। ਤੀਜੀ ਵਾਰ ਸਤਿਗੁਰੂ ਜੀ ਫਿਰ ਕਹਿੰਦੇ ਮੂਲਿਆ ਦਰਵਾਜ਼ਾ ਖੋਲ। ਘਰ ਵਾਲੀ ਅੱਗੋਂ ਕਹਿੰਦੀ ਮਹਾਰਾਜ ਮੂਲਾ ਘਰ ਨਹੀਂ ਹੈਗਾ। ਸਤਿਗੁਰੂ ਜੀ ਉੱਥੋਂ ਕਹਿਣ ਲੱਗੇ ਠੀਕ ਆ ਭਾਈ, ਕਰਤਾਰ ਨੂੰ ਜੋ ਭਾਉਂਦਾ, ਮਹਾਰਾਜ ਜੀ ਨੇ ਬਚਨ ਕਿਹਾ। ਮਹਾਰਾਜ ਕਹਿਣ ਲੱਗੇ ਜੋ ਕਰਤਾਰ ਨੂੰ ਭਾਉਂਦਾ ਉਹੀ ਹੋਵੇਗਾ। ਹੁਣ ਮਹਾਰਾਜ ਜੀ ਇੰਨਾ ਬਚਨ ਕਹਿ ਕੇ ਪਿੰਡ ਤੋਂ ਬਾਹਰ ਇੱਕ ਦਰਖਤ ਦੇ ਥੱਲੇ ਜਾ ਕੇ ਬੈਠ ਗਏ। ਕੀ ਹੋਇਆ ਹੁਣ, ਜੋ ਘਰ ਵਾਲੀ ਬਚਨ ਕਹਿ ਰਹੀ ਸੀ ਮੂਲਾ ਘਰ ਨਹੀਂ, ਉਹੀ ਵਾਪਰਿਆ ਬਚਨ, ਘਰ ਨਹੀਂ ਵਾਕਈ। ਘੀਰੇ ਵਿੱਚੋਂ ਸੱਪ ਨਿਕਲਿਆ, ਉਹਦੇ ਲੜ ਗਿਆ ਮੂਲੇ ਦੇ, ਤੇ ਮੂਲੇ ਦੇ ਜੋ ਸੱਪ ਲੜਿਆ ਜ਼ਹਿਰ ਚੜਿਆ ਤੇ ਉਹ ਘੁੰਮਦਾ ਹੋਇਆ ਵਿਹੜੇ 'ਚ ਆ ਕੇ ਡਿੱਗਦਿਆਂ ਹੋਇਆਂ ਉਹਨੇ ਬਚਨ ਕਿਹਾ ਕਿ ਤੂੰ ਮੈਨੂੰ ਅੱਜ ਗੁਰੂ ਤੋਂ ਬੇਮੁਖ ਕਰ ਦਿੱਤਾ। ਵੀ ਗੁਰੂ ਆਏ ਸਾਹਮਣੇ, ਆਵਾਜ਼ ਮਾਰਦੇ ਸੀ ਆ ਕੇ, ਪਰ ਤੂੰ ਮੈਨੂੰ ਗੁਰੂ ਦੇ ਸਾਹਮਣੇ ਨਹੀਂ ਹੋਣ ਦਿੱਤਾ, ਮੈਨੂੰ ਗੁਰੂ ਤੋਂ ਬੇਮੁਖ ਕਰ ਦਿੱਤਾ, ਗੁਰੂ ਤੋਂ ਮੇਰਾ ਮੁਖ ਘੁਮਾ ਦਿੱਤਾ, ਤੇਰੇ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੈ। ਇੰਨਾ ਕਹਿੰਦਾ ਉਹ ਧਰਤੀ ਤੇ ਡਿੱਗਿਆ, ਜ਼ਹਿਰ ਚੜਿਆ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਘਰ ਵਾਲੀ ਰੋਣ ਲੱਗ ਪਈ ਉੱਚੀ ਉੱਚੀ। ਆਂਢੀ ਗੁਆਂਢੀ ਇਕੱਠੇ ਹੋ ਗਏ, ਚੱਕ ਕੇ ਮਹਾਰਾਜ ਜੀ ਦੇ ਕੋਲ ਲੈ ਗਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਗਏ ਭਾਈ ਮੂਲੇ ਨੂੰ। ਤੇ ਭਾਈ ਮੂਲੇ ਨੂੰ ਜਦੋਂ ਕੋਲ ਲੈ ਗਏ, ਬੇਨਤੀ ਕਰਦੀ ਹੈ ਘਰ ਵਾਲੀ ਕਿ ਮਹਾਰਾਜ ਜੀ ਤੁਸੀਂ ਇਹਨੂੰ ਮਾਰ ਦਿੱਤਾ, ਤੁਸੀਂ ਕੋਈ ਸ਼ਰਾਪ ਦੇ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਅਸੀਂ ਇਹਨੂੰ ਕੋਈ ਸ਼ਰਾਪ ਨਹੀਂ ਦਿੱਤਾ, ਅਸੀਂ ਤਾਂ ਇਹਦੀ ਹੋਣੀ ਵੇਖ ਕੇ ਆਏ ਸੀ ਕਿ ਇਹਦੀ ਮੌਤ ਲਿਖੀ ਹੈ, ਤੇ ਜੇ ਹੋ ਸਕਦਾ ਵੀ ਸਾਨੂੰ ਮਿਲ ਜਾਵੇ ਤੇ ਇਹਦਾ ਭਲਾ ਹੋ ਜਾਵੇ। ਪਰ ਕਰਤਾਰ ਨੂੰ ਕਹਿੰਦੇ ਵਾਹਿਗੁਰੂ ਨੂੰ ਕੁਝ ਹੋਰ ਭਾਉਂਦਾ ਸੀ, ਤੇ ਉਹ ਬੇਨਤੀਆਂ ਕਰਦੀ ਮਹਾਰਾਜ ਕਿਰਪਾ ਕਰੋ ਇਹਨੂੰ ਬਚਾ ਦਿਓ। ਮਹਾਰਾਜ ਕਹਿੰਦੇ ਨਹੀਂ, ਇਹਦਾ ਸਮਾਂ ਆ ਗਿਆ, ਹੁਣ ਤੂੰ ਆਪਣੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਜਪ ਬੰਦਗੀ ਕਰ, ਸਿਮਰਨ ਕਰਕੇ ਕੱਢ। ਹਾਂ ਇੰਨਾ ਜ਼ਰੂਰ ਹੈ, ਅਖੀਰਲੇ ਸਮੇਂ ਦੇ ਸਵਾਸ ਸਾਡੇ ਕੋਲ ਨਿਕਲੇ ਨੇ, ਇਹਨੂੰ ਬਖਸ਼ ਦੇਵਾਂਗੇ, ਪਰ ਬਖਸ਼ਾਂਗੇ 10ਵੇਂ ਜਾਮੇ ਦੇ ਵਿੱਚ। ਦੇਖੋ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਬਚਨ ਵੀ ਉਚਾਰਨ ਕੀਤਾ, ਨਾਲ ਕਿਰਾੜਾਂ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ।
ਮਹਾਰਾਜ ਕਹਿੰਦੇ ਮੂਲਿਆ ਤੂੰ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲਿਖ ਕੇ ਦਿੱਤਾ ਸੀ। ਮਰਨਾ ਸੱਚ ਹੈ, ਜਿਉਣਾ ਝੂਠ ਹੈ, ਪਰ ਤੈਨੂੰ ਪਤਾ ਹੀ ਨਹੀਂ ਸੀ ਤੇਰੀ ਮੌਤ ਕਿੱਥੇ ਲਿਖੀ ਹੋਈ। ਅਸੀਂ ਤੇਰੀ ਮੌਤ ਵੇਖ ਕੇ ਆਏ ਸੀ ਵੀ ਆਪਣੇ ਸਿੱਖ ਦਾ ਭਲਾ ਕਰ ਦਈਏ, ਅਖੀਰਲੇ ਸਮੇਂ ਇਹਦਾ ਭਲਾ ਕਰ ਦਈਏ, ਪਰ ਕਹਿੰਦੇ ਤੈਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ, ਬਸ ਲਿਖਣ ਜੋਗਾ ਰਹਿ ਗਿਆ ਨਾ ਸਿਰਫ। ਮਹਾਰਾਜ ਜੀ ਕਹਿਣ ਲੱਗੇ 10ਵੇਂ ਜਾਮੇ ਵਿੱਚ ਬਖਸ਼ਾਂਗੇ। ਫਿਰ ਦੇਖੋ 10ਵੇਂ ਜਾਮੇ ਵਿੱਚ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਗਏ, ਉੱਥੋਂ ਮਹਾਰਾਜ ਜੀ ਜੋ ਅਸਥਾਨ ਹੈ ਹੀਰਾ ਘਾਟ ਗੁਰਦੁਆਰਾ ਸਾਹਿਬ, ਉਸ ਸਥਾਨ ਤੇ ਮਹਾਰਾਜ ਜੀ ਦੀਵਾਨ ਸਜਾਇਆ ਕਰਦੇ। ਕਥਾ ਹੁੰਦੀ, ਸਵੇਰੇ ਸ਼ਾਮ ਦੀਵਾਨ ਸਜਦਾ। ਉੱਥੋਂ ਹੀ ਮਹਾਰਾਜ ਜੀ ਫਿਰ ਸ਼ਿਕਾਰ ਖੇਡਣ ਜਾਂਦੇ ਜੰਗਲ ਦੇ ਵਿੱਚ, ਤੇ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਤੇ ਉੱਥੇ ਸਹਿਆ ਜਿਹੜਾ ਸੀ, ਸਹਿਆ ਉਹਨੂੰ ਤੀਰ ਮਾਰਿਆ ਮਹਾਰਾਜ ਜੀ ਨੇ। ਤੇ ਭਾਈ ਦਇਆ ਸਿੰਘ ਜੀ ਹੁਣੇ ਕਹਿੰਦੇ ਮਹਾਰਾਜ ਬੜਾ ਭੋਲਾ ਜਾਨਵਰ ਮਾਰਿਆ ਗਿਆ। ਮਹਾਰਾਜ ਜੀ ਕਹਿਣ ਲੱਗੇ ਭੋਲਾ ਨਹੀਂ, ਇਹ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਇਆ ਹੋਇਆ। ਉਹ ਸਿੱਖ ਪੁੱਛਦੇ, ਸਿੰਘ ਪੁੱਛਦੇ ਮਹਾਰਾਜ ਜੀ ਨੂੰ ਕਿ ਮਹਾਰਾਜ ਕਿਵੇਂ? ਸਤਿਗੁਰਾਂ ਨੇ ਫਿਰ ਉਸ ਸਹੇ ਦੀ ਆਤਮਾ ਸੀ ਉਹ ਤੋਂ ਬਚਨ ਕਰਾਏ ਉੱਥੇ। ਉਹਨੇ ਫਿਰ ਸਾਰੀ ਗੱਲ ਦੱਸੀ ਕਿ ਕਿਵੇਂ ਮੈਂ ਗੁਰੂ ਤੋਂ ਬੇਮੁਖ ਹੋਇਆ। ਤੇ ਉਹਦਾ ਉਦਾਹਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ। ਜੋ ਇੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ, ਵੀ ਜਿਹੜਾ RAM ਤੋਂ ਵਾਹਿਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਹਨੂੰ ਵਿਛੋੜੇ ਦੇ ਰੋਗ ਲੱਗ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪੈ ਜਾਂਦਾ ਹੈ। ਵਿਛੋੜੇ ਨੂੰ ਵੀ ਰੋਗ ਕਿਹਾ ਨਾ, ਵੱਡਾ ਰੋਗ ਕਿਹਾ ਗਿਆ। ਤੇ ਦੇਖੋ ਭਾਈ ਮੂਲਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਵਿਛੜਿਆ, ਬੇਮੁਖ ਹੋਇਆ, ਤੇ 10ਵੇਂ ਜਾਮੇ ਵਿੱਚ ਕਿੰਨੇ ਸਾਲ, ਤਕਰੀਬਨ 2 ਸਦੀਆਂ ਹੀ ਬਣ ਜਾਂਦੀਆਂ। ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਜਦੋਂ ਮਿਲਿਆ ਤੇ ਉਦੋਂ ਲੈ ਕੇ ਤਕਰੀਬਨ 2 ਸਦੀਆਂ ਬਣ ਜਾਂਦੀਆਂ, 200 ਸਾਲ। 200 ਸਾਲ ਤਕਰੀਬਨ, ਹੋ ਸਕਦਾ ਕੋਈ 5 7 10 ਸਾਲ ਵੱਧ ਘੱਟ ਹੋਣ, ਪਰ ਜੇ ਵੇਖੀਏ 200 ਸਾਲ ਦਾ ਸਮਾਂ ਉਹ ਟੇਢੀਆਂ ਮੇਢੀਆਂ ਜੂਨਾਂ ਵਿੱਚ ਤੁਰਿਆ ਫਿਰਦਾ ਰਿਹਾ। ਗੁਰੂ ਤੋਂ ਬੇਮੁਖ ਹੋ ਗਿਆ ਸੀ ਨਾ, ਵਿਛੜ ਗਿਆ ਗੁਰੂ ਤੋਂ, ਵਿਛੋੜਾ ਪੈ ਗਿਆ ਜਨਮਾਂ ਜਨਮਾਂਤਰਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਤੋਂ ਵਾਹਿਗੁਰੂ ਤੋਂ ਬੇਮੁਖ ਹੋ ਜਾਂਦਾ ਨਾ, ਉਹਨੂੰ ਜਨਮਾਂ ਜਨਮਾਂ ਦਾ ਵਿਛੋੜਾ ਜਿਹੜਾ ਪੈ ਜਾਂਦਾ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਪਰਮੇਸ਼ਰ ਭੁੱਲਦਾ ਕਿਉਂ ਆ? ਮਾਇਆ ਦੇ ਪ੍ਰੇਮ ਕਰਕੇ। ਪਰਮੇਸ਼ਰ ਭੁੱਲਣ ਦਾ ਕਾਰਨ ਕੀ ਹੈ? ਮਾਇਆ ਹੀ ਹੈ ਨਾ। ਤੇ ਮਹਾਰਾਜ ਜੀ ਕਹਿੰਦੇ ਮਾਇਆ ਦੀ ਖਾਤਰ ਜਿੰਨੇ ਇਹਨੇ ਕਰਮ ਕੀਤੇ ਪਰਮੇਸ਼ਰ ਨੂੰ ਭੁੱਲ ਕੇ, ਕਹਿੰਦੇ ਜਦੋਂ ਅਖੀਰਲਾ ਸਮਾਂ ਆਉਂਦਾ ਨਾ, ਉਹ ਖਿੰਨ ਦੇ ਵਿੱਚ, ਖਿੰਨ ਮਾਤਰ, ਅੱਖਾਂ ਨੂੰ ਬੰਦ ਕਰਕੇ ਖੁੱਲ੍ਹਈਏ, ਇੰਨੇ ਸਮੇਂ ਦੇ ਵਿੱਚ ਹੀ ਉਹ ਮਾਇਆ ਦੇ ਜਿੰਨੇ ਵੀ ਭੋਗ ਪਦਾਰਥ ਨੇ ਨਾ, ਉਹ ਸਾਰੇ ਕੌੜੇ ਹੋ ਜਾਂਦੇ ਆ, ਸਾਰੇ ਕੌੜੇ ਹੋ ਜਾਂਦੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪਹਿਲਾਂ ਤਾਂ ਮਿੱਠਾ ਕਰਕੇ ਖਾਂਦਾ ਬੰਦਾ, ਸ਼ਰਾਬ ਪੀਂਦਾ ਨਾ ਬੜੇ ਆਨੰਦ ਨਾਲ ਪੀਂਦਾ, ਮਿੱਠੀ ਕਰ ਕਰਕੇ ਪੀਂਦਾ, ਕਹਿੰਦਾ ਬੜੀ ਸਵਾਦ ਹੈ, ਬੜਾ ਆਨੰਦ ਆਉਂਦਾ, ਬੜਾ ਸਰੂਰ ਆਉਂਦਾ। ਪਰ ਜਦੋਂ ਡਾਕਟਰ ਕਹਿ ਦਿੰਦੇ ਵੀ ਲੀਵਰ ਖਤਮ ਹੈ ਤੇਰੇ, ਕੌੜੇ ਹੋ ਗਏ ਨਾ, ਕੌੜੀ ਹੋ ਗਈ ਨਾ ਫਿਰ ਸ਼ਰਾਬ। ਨਸ਼ਾ ਖਾਂਦਾ ਕੋਈ ਵੀ ਨੌਜਵਾਨ, ਕਹਿੰਦਾ ਬੜਾ ਸਰੂਰ ਆਉਂਦਾ, ਅੱਖਾਂ 'ਚ ਲਾਲੀ ਰਹਿੰਦੀ ਹੈ, ਪਰ ਜਦੋਂ ਸਰੀਰ ਵਿੱਚ ਜਾਨ ਹੀ ਨਹੀਂ ਰਹਿੰਦੀ ਉਦੋਂ ਚੀਕਾਂ ਮਾਰਦਾ ਵੀ ਮੈਨੂੰ ਬਚਾ ਲਓ, ਕੌੜਾ ਹੋ ਗਿਆ। ਮਹਾਰਾਜ ਕਹਿੰਦੇ ਜਿੰਨੇ ਵੀ ਮਾਇਆ ਦੇ ਭੋਗ ਨੇ ਉਹਨਾਂ ਨੂੰ ਮਿੱਠਾ ਕਰਕੇ ਖਾਧਾ ਇਹਨੇ, ਮਿੱਠਾ ਕਰਕੇ। ਪਰ ਜਦੋਂ ਸਰੀਰ ਵਿੱਚ ਜਾਨ ਨਹੀਂ ਰਹੀ, ਜਿੰਦ ਨਹੀਂ ਰਹੀ, ਉਦੋਂ ਸਾਰੇ ਪਦਾਰਥ ਹੀ ਕੌੜੇ ਹੋ ਜਾਂਦੇ, ਜਾਂ ਸਰੀਰ ਤੇ ਰੋਗ ਆ ਜਾਂਦਾ। ਜਿਵੇਂ ਪ੍ਰੇਮਾ ਕੋਹੜੀ, ਪ੍ਰੇਮਾ ਕੋਹੜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਹੋਇਆ। ਪਰਮਾਤਮਾ ਨੇ ਬੜੇ ਪਦਾਰਥ ਦਿੱਤੇ ਉਹਨੂੰ, ਪਦਾਰਥਾਂ ਦੇ ਨਸ਼ੇ ਵਿੱਚ, ਮਾਇਆ ਦੇ ਨਸ਼ੇ ਵਿੱਚ ਰੱਬ ਨੂੰ ਕਦੇ ਚੇਤੇ ਨਹੀਂ ਕੀਤਾ ਉਹਨੇ।
ਉਹਦੇ ਯਾਰ ਬੇਲੀ ਦੋਸਤ ਮਿੱਤਰ ਆਉਂਦੇ ਘਰੇ, ਸ਼ਰਾਬਾਂ ਪੀਂਦੇ, ਮਾੜੇ ਕਰਮ ਕਰਦੇ। ਪਰ ਹੁਣ ਮਾਇਆ ਕਿੰਨਾ ਕੁ ਚਿਰ ਘਰੇ ਰਵੇਗੀ? ਕਹਿੰਦੇ ਕੀ ਹੋਇਆ? ਮਾੜੇ ਕਰਮਾਂ ਦਾ ਨਤੀਜਾ ਕਹਿੰਦੇ ਮਾੜਾ ਹੀ ਹੋਇਆ ਕਰਦਾ। ਹੁਣ ਬੀਜ ਜਦੋਂ ਮਾੜਾ ਬੀਜਿਆ ਤੇ ਸਰੀਰ ਤੇ ਪ੍ਰਫੁੱਲਤ ਹੋਇਆ, ਪ੍ਰੇਮੇ ਨੂੰ ਕੋੜ ਹੋ ਗਿਆ, ਕੋੜੀ ਹੋ ਗਿਆ ਪ੍ਰੇਮਾ। ਜਿਹੜੇ ਯਾਰ ਦੋਸਤ ਨੇੜੇ ਟੁਕ ਟੁਕ ਕੇ ਬਹਿੰਦੇ ਸੀ ਨਾ, ਜਿਵੇਂ ਮਹਾਰਾਜ ਜੀ ਕਹਿੰਦੇ ਨਾ ਬਾਣੀ ਅੰਦਰ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ। ਜਦੋਂ ਵਿਪਤਾ ਦਾ ਸਮਾਂ ਸਰੀਰ ਤੇ ਆ ਜਾਂਦਾ, ਕਿਸੇ ਮਨੁੱਖ ਤੇ ਆਉਂਦਾ ਨਾ, ਜਿਹੜੇ ਨੇੜੇ ਢੁਕ ਢੁਕ ਕੇ ਬਹਿੰਦੇ ਵੀ ਮੈਂ ਤੇਰਾ ਮੈਂ ਤੇਰਾ, ਤੇ ਉਹ ਕੋਈ ਨੇੜੇ ਨਹੀਂ ਆਉਂਦਾ ਮੁੜ ਕੇ। ਜਿਹੜੇ ਯਾਰ ਦੋਸਤ ਬੇਲੀ ਨਸ਼ੇ ਵਗੈਰਾ ਕਰਨ ਆਉਂਦੇ ਸੀ, ਹੁਣ ਕੋਈ ਨੇੜੇ ਨਹੀਂ ਲੱਗਦਾ ਪ੍ਰੇਮੇ ਦੇ। ਕੋੜ ਹੋ ਗਿਆ ਸਰੀਰ ਤੇ। ਉਹ ਕਹਿੰਦੇ ਸਾਨੂੰ ਵੀ ਨਾ ਕਿਤੇ ਹੋ ਜਾਵੇ। ਫਿਰ ਕੀ ਕੀਤਾ? ਘਰਦਿਆਂ ਨੇ ਵੀ ਘਰੋਂ ਕੱਢ ਦਿੱਤਾ, ਬਾਹਰ ਪਿੰਡ ਤੋਂ ਬਾਹਰ ਨਾ ਕੁੱਲੀ ਪਾ ਦਿੱਤੀ, ਛੱਪਰੀ ਪਾ ਦਿੱਤੀ ਵੀ ਤੂੰ ਭਾਈ ਉੱਥੇ ਰਹਿ, ਨਹੀਂ ਤੇ ਸਾਨੂੰ ਵੀ ਰੋਗ ਲੱਗ ਜਾਣਾ, ਸਾਨੂੰ ਵੀ ਰੋਗ ਲੱਗ ਜਾਣਾ। ਹੁਣ ਪ੍ਰੇਮਾ ਉੱਥੇ ਸਾਰਾ ਦਿਨ ਪਿਆ ਵਿਲਕਦਾ ਰਹਿੰਦਾ। ਕੋਈ ਕਿਸੇ ਦਾ ਜੀ ਕਰਦਾ ਪ੍ਰਸ਼ਾਦਾ ਦੇ ਜਾਂਦਾ, ਉੱਥੇ ਸਿੱਟ ਜਾਂਦਾ ਉਹਦੇ ਮੂਹਰੇ, ਨਹੀਂ ਤੇ ਭੁੱਖਾ ਹੀ ਰਹਿੰਦਾ। ਇੱਕ ਦਿਨ ਕੀ ਹੋਇਆ? ਕੋਈ ਸੰਗਤ ਆ ਰਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ, ਤੇ ਉਸ ਰਸਤੇ ਤੋਂ ਆ ਰਹੀ, ਜਦੋਂ ਉਹਨੇ ਸ਼ਬਦ ਸੁਣਿਆ ਨਾ, ਉਹਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ, ਤੇ ਉਹਦਾ ਸਰੀਰ ਜਿਹੜਾ ਤੜਫਦਾ ਸੀ, ਸੜਦਾ ਬਲਦਾ ਸੀ, ਮਨ ਵੀ ਵਲਕਦਾ ਸੀ, ਉਹਨੂੰ ਠੰਡ ਪਈ ਕੁਝ। ਉਹ ਬਾਹਰ ਨਿਕਲਿਆ, ਆ ਕੇ ਬੇਨਤੀ ਕਰਦਾ ਸਿੱਖਾਂ ਨੂੰ ਕਿ ਸਿੱਖੋ ਕਿੱਥੇ ਚੱਲੇ ਹੋ ਤੁਸੀਂ? ਕਹਿਣ ਲੱਗੇ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਆ। ਕਹਿਣ ਲੱਗਿਆ ਮੈਨੂੰ ਵੀ ਲੈ ਚੱਲੋ, ਪਰ ਮੈਥੋਂ ਤੁਰਿਆ ਨਹੀਂ ਜਾਂਦਾ। ਇੱਕ ਸਿੱਖ ਕਹਿਣ ਲੱਗਾ ਕੋਈ ਗੱਲ ਨਹੀਂ, ਤੈਨੂੰ ਮੈਂ ਗਧੇੜੇ ਤੇ ਚੱਕ ਕੇ ਲੈ ਜਾਵਾਂਗਾ। ਉਹਨੇ ਗਧੇੜੇ ਤੇ ਚੜਾ ਲਿਆ। ਜਿਵੇਂ ਬਾਣੀ ਕਹਿੰਦੀ ਨਾ, ਜਾ ਕੋ ਮੁਸ਼ਕਲ ਅਤ ਬਣੈ ਢੋਈ, ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੈ ਓਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਵੀ ਨੇੜੇ ਦੇ ਸਾਕ ਵੀ ਦੁਸ਼ਮਣ ਬਣ ਜਾਣ ਨਾ, ਕੋਈ ਆਸਰਾ ਨਾ ਰਹਿ ਜਾਵੇ, ਪਰ ਜੇ ਉਸ ਵੇਲੇ ਰੱਬ ਚੇਤੇ ਆ ਜਾਵੇ, ਪ੍ਰਮਾਤਮਾ ਚੇਤੇ ਆ ਜਾਵੇ, ਉਹ ਪ੍ਰਮਾਤਮਾ ਤੱਤੀ ਵਾਹ ਨਹੀਂ ਲੱਗਣ ਦਿੰਦਾ, ਤੱਤੀ ਵਾਹ ਨਹੀਂ ਲੱਗਣ ਦਿੰਦਾ। ਹੁਣ ਪ੍ਰੇਮਾ ਪਹੁੰਚਿਆ ਗੋਇੰਦਵਾਲ ਸਾਹਿਬ, ਅੰਦਰ ਨਹੀਂ ਗਿਆ। ਸਿੱਖ ਨੂੰ ਕਿਹਾ ਮੈਨੂੰ ਇੱਥੇ ਤਾਰ ਦਿਓ, ਮੈਂ ਇੱਥੇ ਬੈਠਣਾ ਚਾਹੁੰਦਾ ਦਰਵਾਜ਼ੇ ਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਵਾਜ਼ੇ ਤੇ ਬੈਠ ਗਿਆ, ਤੇ ਬੈਠ ਕੇ ਉੱਥੇ ਇੱਕ ਸ਼ਬਦ ਪੜ੍ਹਦਾ ਰਹਿੰਦਾ। ਉਹ ਕਹਿੰਦਾ ਕਿ ਸੁਣੋ ਜਹਾਨਾ ਵਡੇਰ, ਮੇਰਾ ਗਿਆ ਕਛੋਟਾ ਲੱਧਾ ਫੇਰ। ਉੱਚੀ ਉੱਚੀ ਪੜ੍ਹਦਾ। ਸੰਗਤਾਂ ਉਹਦੇ ਤੋਂ ਵਾਰ-ਵਾਰ ਪੜ੍ਹਾਉਂਦੀਆਂ, ਖੁਸ਼ ਹੁੰਦੀਆਂ। ਮਹਾਰਾਜ ਜੀ ਨੂੰ ਆ ਕੇ ਦੱਸਦੇ ਕਿ ਮਹਾਰਾਜ ਬਾਹਰ ਇੱਕ ਕੋਹੜੀ ਬੈਠਾ ਹੈ, ਉਹ ਬੜੀ ਉੱਚੀ ਉੱਚੀ ਸ਼ਬਦ ਪੜ੍ਹਦਾ ਰਹਿੰਦਾ। ਮਹਾਰਾਜ ਜੀ ਹੱਸ ਛੱਡਦੇ, ਤੇ ਪ੍ਰੇਮੇ ਤੋਂ ਵਾਰ-ਵਾਰ ਸੁਣਦੇ ਲੋਕ। ਪਰ ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਮੇਰਾ ਗਿਆ ਕਛੋਟਾ, ਕਛੋਟਾ ਕਹਿੰਦੇ ਸਰੀਰ ਨੂੰ, ਲੱਧਾ ਫੇਰ, ਵੀ ਜਿਹੜੇ ਲੋਕ ਕਹਿੰਦੇ ਸੀ ਬਸ ਪ੍ਰੇਮਾ ਤਾਂ ਗਿਆ, ਘਰਦਿਆਂ ਨੇ ਵੀ ਬਾਹਰ ਕੱਢ ਦਿੱਤਾ, ਦੋਸਤ ਮਿੱਤਰ ਵੀ ਸਾਥ ਛੱਡ ਗਏ, ਵੀ ਪ੍ਰੇਮਾ ਜਿਹੜਾ ਕਹਿੰਦਾ ਸੀ ਨਾ, ਵੀ ਲੋਕ ਕਹਿੰਦੇ ਸੀ ਪ੍ਰੇਮਾ ਤਾਂ ਖਤਮ ਹੈ, ਇਹ ਨਹੀਂ ਬਚੇਗਾ। ਪਰ ਕਹਿੰਦੇ ਮੈਂ ਉਸ ਦਰ ਤੇ ਆ ਗਿਆ ਜਿੱਥੇ ਮੇਰਾ ਕਛੋਟਾ, ਮੇਰਾ ਸਰੀਰ ਮੈਨੂੰ ਫਿਰ ਲੱਭ ਜਾਣਾ, ਇਹ ਸਰੀਰ ਮੇਰਾ ਠੀਕ ਹੋ ਜਾਣਾ। ਕਿੰਨਾ ਵਿਸ਼ਵਾਸ ਬਣ ਗਿਆ ਉਹਦਾ ਗੁਰੂ ਤੇ, ਕਿੰਨਾ ਵਿਸ਼ਵਾਸ ਬਣ ਗਿਆ ਵੀ ਇਸ ਦਰ ਤੋਂ ਮੇਰਾ ਸਰੀਰ ਉਹ ਮਿਲ ਜਾਣਾ ਮੈਨੂੰ ਦੁਬਾਰਾ। ਪਰ ਦੇਖਿਓ ਮਹਾਰਾਜ ਜੋ ਇੱਥੇ ਬਚਨ ਕਹਿੰਦੇ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵੀ ਉਹ ਮਾਇਆ ਦੇ ਭੋਗ ਦੇਖੋ ਖਿਨ ਵਿੱਚ ਹੀ ਕੌੜੇ ਹੋ ਗਏ ਨਾ ਉਹਦੇ ਵਾਸਤੇ ਸਾਰੇ। ਪਰਮੇਸ਼ਰ ਦਾ ਨਾਂ ਨਹੀਂ ਲਿਆ, ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਪਰ ਜਦੋਂ ਇੱਕ ਦਿਨ ਦੇਖੋ ਫਿਰ ਮਹਾਰਾਜ ਜੀ ਕਹਿੰਦੇ ਜਾਓ ਉਸ ਕੋਹੜੀ ਨੂੰ ਲੈ ਕੇ ਆਓ। ਕੋਹੜੀ ਨੂੰ ਲਿਆਂਦਾ, ਮਹਾਰਾਜ ਜੀ ਕਹਿੰਦੇ ਇਹਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾ ਕੇ ਮਹਾਰਾਜ ਜੀ ਦੇ ਸਾਹਮਣੇ ਲਿਆਂਦਾ। ਸਤਿਗੁਰਾਂ ਨੇ ਆਪਣੀ ਆਤਮਿਕ ਦ੍ਰਿਸ਼ਟੀ ਨਾਲ ਉਹਦਾ ਸਰੀਰ ਕੰਚਨ ਵਰਗਾ ਕਰ ਦਿੱਤਾ। ਭਾਵ ਜਿਹੜਾ ਸਰੀਰ ਕੋਹੜ ਦੇ ਰੋਗ ਨਾਲ ਫਟਿਆ ਪਿਆ ਸੀ ਨਾ, ਉਹ ਸਾਰਾ ਸਰੀਰ ਸੁੰਦਰ ਬਣ ਗਿਆ, ਸੋਹਣੇ ਵਰਗਾ ਸਰੀਰ ਹੋ ਗਿਆ। ਮਹਾਰਾਜ ਜੀ ਨੂੰ ਵਸਤਰ ਪਹਿਨਾਏ,
ਵਸਤਰ ਪਹਿਨਾ ਕੇ ਆਤਮ ਦ੍ਰਿਸ਼ਟੀ ਨਾਲ ਉਹਨੂੰ ਬ੍ਰਹਮ ਗਿਆਨ ਵੀ ਦਿੱਤਾ ਮਹਾਰਾਜ ਜੀ ਨੇ, ਉਹਦਾ ਭਲਾ ਕੀਤਾ। ਫਿਰ ਉੱਥੇ ਹੀ ਮਹਾਰਾਜ ਜੀ ਨੇ ਦੇਖੋ ਇਹ ਬਚਨ ਕੀਤੇ, ਕੋਈ ਹੈ ਸਿੱਖ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਦੇਵੇ। ਤੇ ਉੱਥੇ ਭਾਈ ਸ਼ੀਹਾਂ ਉੱਪਲ ਸੀ, ਉਹਨੇ ਆਪਣੀ ਲੜਕੀ ਦਾ ਰਿਸ਼ਤਾ ਦਿੱਤਾ ਵੀ ਮਹਾਰਾਜ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰਦਾ। ਜਦੋਂ ਘਰੇ ਗਿਆ ਉਹਦੀ ਘਰ ਵਾਲੀ ਕਹਿੰਦੀ ਆ ਕਿ ਤੂੰ ਮੇਰੀ ਕੁੜੀ ਡੋਬ ਆਇਆ, ਨਾ ਕੋਈ ਅੱਗਾ ਨਾ ਕੋਈ ਪਿੱਛਾ, ਨਾ ਕੋਈ ਮਾਤਾ ਨਾ ਕੋਈ ਪਿਤਾ ਨਾ ਕੁੱਲ ਨਾ ਕੋਈ ਜਾਤ, ਕੁਝ ਵੀ ਨਹੀਂ ਵੇਖਿਆ ਤੂੰ। ਉਹ ਕਹਿਣ ਲੱਗਾ ਮੈਂ ਤਾਂ ਗੁਰੂ ਦੇ ਬਚਨ ਮੰਨੇ, ਬਸ ਜਿੱਥੇ ਗੁਰੂ ਖੜ ਗਿਆ ਉੱਥੇ ਵੇਖਣ ਦੀ ਆਪਾਂ ਨੂੰ ਕੀ ਲੋੜ ਹੈ। ਘਰ ਵਾਲੀ ਜਾ ਕੇ ਮਹਾਰਾਜ ਜੀ ਨੂੰ ਕਹਿੰਦੀ ਮਹਾਰਾਜ ਮੇਰੀ ਕੁੜੀ ਡੋਬਤੀ ਤੁਸੀਂ। ਮਹਾਰਾਜ ਕਹਿਣ ਲੱਗੇ ਨਹੀਂ ਤੇਰੀ ਕੁੜੀ ਦਾ ਨਾਂ ਕੀ ਹੈ? ਕਹਿਣ ਲੱਗੀ ਮੇਰੀ ਕੁੜੀ ਦਾ ਨਾਮ ਮੱਥੋ। ਤੇ ਮਹਾਰਾਜ ਜੀ ਕਹਿੰਦੇ ਇਹਦਾ ਨਾਮ ਮੁਰਾਰੀ। ਤੇ ਜਿਹੜਾ ਵੀ ਮੱਥੋ ਤੇ ਮੁਰਾਰੀ ਦਾ ਨਾਮ ਜਪੇਗਾ ਨਾ ਉਹ ਤਰ ਜਾਇਆ ਕਰੇਗਾ। ਤੇ ਦੇਖੋ ਮਹਾਰਾਜ ਜੀ ਨੇ ਮੁੜ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇੱਕ ਮੰਜੀ ਦਿੱਤੀ ਉਹਨਾਂ ਨੂੰ, ਮੱਥੋ ਤੇ ਮੁਰਾਰੀ, ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਦੋਵੇਂ ਜੀ। ਕਹਿਣ ਤੋਂ ਭਾਵ ਕੀ ਹੈ ਕਿ ਜਿਹੜਾ ਮਨੁੱਖ ਪਹਿਲਾਂ ਮਾਇਆ ਦੇ ਪਦਾਰਥਾਂ ਨੂੰ ਮਿੱਠਾ ਕਰਕੇ ਖਾਂਦਾ ਨਾ, ਮੁੜ ਕੇ ਉਹ ਸਾਰੇ ਕੌੜੇ ਹੋ ਜਾਂਦੇ ਉਹਦੇ ਵਾਸਤੇ, ਖਿੰਨ ਦੇ ਵਿੱਚ ਹੀ ਉਹਦੇ ਵਾਸਤੇ ਕੌੜੇ ਹੋ ਜਾਂਦੇ ਆ। ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦਾ, ਰੱਬ ਨੂੰ ਭੁੱਲ ਜਾਂਦਾ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼। ਮਹਾਰਾਜ ਕਹਿੰਦੇ ਫਿਰ ਵਿੱਚ ਕੋਈ ਵਿਚੋਲਾ ਨਹੀਂ ਪੈ ਸਕਦਾ, ਵੀ ਕੋਈ ਵਿਚੋਲਾ ਪੈ ਕੇ ਜਿਹੜਾ ਕੋਈ ਹੁਣ ਭਾਈ ਪ੍ਰੇਮੇ ਨੂੰ ਤਾਂ ਗਿਆਨ ਆ ਗਿਆ, ਵਿਚੋਲਾ ਪੈ ਗਿਆ, ਪਰ ਕਹਿੰਦੇ ਉਹਦੇ ਵਿੱਚ ਕੋਈ ਫਿਰ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਸਮਾਂ ਹੀ ਲੰਘ ਗਿਆ। ਫਿਰ ਕਿਸ ਥੈ ਰੋਵਹਿ ਰੋਜ਼, ਕਹਿੰਦੇ ਫਿਰ ਕਿਹਦੇ ਕੋਲੇ ਰੋਜ਼ ਰੋਜ਼ ਰੋਣਾ, ਦੁਹੱਥੜੇ ਮਾਰ ਕਰਕੇ ਕਿ ਮੇਥੋਂ ਮਾੜੇ ਕਰਮ ਹੋ ਗਏ, ਹੁਣ ਮੇਰਾ ਸਰੀਰ ਜਾ ਰਿਹਾ, ਮੈਂ ਨਸ਼ਿਆਂ ਕਰਕੇ ਬਰਬਾਦ ਕਰ ਲਿਆ, ਹੁਣ ਇਹਨੂੰ ਬਚਾ ਲਓ। ਫਿਰ ਕਹਿੰਦੇ ਰੋਇਆਂ ਹੋਇਆਂ ਕੁਝ ਬਣ ਜਾਂਦਾ? ਰੋਇਆਂ ਹੋਇਆਂ ਕੁਝ ਨਹੀਂ ਬਣਦਾ। ਪਹਿਲਾਂ ਹੀ ਬੀਜ ਬੀਜਣ ਲੱਗਿਆ ਆਪਾਂ ਵੇਖੀਏ ਨਾ, ਚੰਗੇ ਕਰਮ ਕਰੀਏ, ਚੰਗੇ ਕਰਮ ਕਰੀਏ, ਸਤ ਸੰਗਤ ਕਰੀਏ, ਬਾਣੀ ਪੜ੍ਹੀਏ, ਭਲਾ ਕਰੀਏ ਦੁਨੀਆ ਦਾ, ਕਿਉਂ ਮਾੜੇ ਕਰਮ ਕਰਦੇ ਆ ਅਸੀਂ। ਇਸ ਕਰਕੇ ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਵੀ ਵਿੱਚ ਕੋਈ ਵਿਚੋਲਾ ਨਹੀਂ ਫਿਰ ਉੱਥੇ ਬਣ ਸਕਦਾ। ਫਿਰ ਤਾਂ ਰੋਜ਼ ਰੋਣ ਦਾ ਕੋਈ ਤੈਨੂੰ ਲਾਭ ਵੀ ਨਹੀਂ, ਇਹਦੇ ਕੋਲੇ ਜਾ ਕੇ ਰੋਵੇਂਗਾ, ਰੋਵੇਂਗਾ ਪਿੱਟੇਂਗਾ, ਵੀ ਕੋਈ ਵਿਚੋਲਾ ਥੋੜਾ ਵਿੱਚ ਬਣ ਜਾਵੇਗਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਮਹਾਰਾਜ ਜੀ ਕਹਿੰਦੇ ਕੀਤਾ ਕਿਸੇ ਦਾ ਵੀ ਕੁਝ ਨਹੀਂ ਹੁੰਦਾ। ਜੇ ਆਪਾਂ ਕਹੀਏ ਨਾ ਕੋਈ ਚੰਗੇ ਕਰਮ ਕਰਕੇ ਕਿਸੇ ਦਾ ਭਲਾ ਕਰ ਲਵਾਂਗੇ, ਇਹ ਧੁਰ ਤੋਂ ਹੀ ਸੰਜੋਗ ਉਸ ਵਾਹਿਗੁਰੂ ਨੇ ਲਿਖਿਆ ਹੁੰਦਾ, ਇਹ ਧੁਰ ਤੋਂ ਹੀ ਲਿਖਿਆ ਹੁੰਦਾ। ਅਸੀਂ ਕਿਸੇ ਦਾ ਕੁਝ ਬਦਲ ਨਹੀਂ ਸਕਦੇ, ਪਰ ਉਹ ਵਾਹਿਗੁਰੂ ਪਰਮਾਤਮਾ ਨੇ ਧੁਰ ਤੋਂ ਹੀ ਲਿਖਿਆ। ਜਿਸ ਤਰ੍ਹਾਂ ਦਾ ਸੰਜੋਗ, ਜਿਵੇਂ ਬਾਣੀ ਵਿੱਚ ਬਚਨ ਆਉਂਦਾ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਵੀ ਜਿਹੋ ਜਿਹੇ ਸਾਡੇ ਮੱਥੇ ਤੇ ਲੇਖ ਲਿਖ ਦਿੱਤੇ ਨਾ ਪਰਮੇਸ਼ਰ ਨੇ, ਉਹੋ ਜਿਹੇ ਲੇਖ ਅਸੀਂ ਕਰਮ ਕਮਾਉਣੇ ਆ, ਉਵੇਂ ਹੀ ਸਾਡਾ ਜੀਵਨ ਚੱਲਣਾ। ਪਰ ਮਹਾਰਾਜ ਜੀ ਦੇਖੋ ਸਤਿਗੁਰਾਂ ਦੀ ਬਾਣੀ, ਸਿੱਖ ਧਰਮ ਇਹੋ ਜਿਹਾ ਇੱਕ ਧਰਮ ਹੈ, ਇਹ ਕਿਸੇ ਨੂੰ ਨਿਰਾਸ਼ ਨਹੀਂ ਕਰਦਾ। ਵੀ ਇੱਥੇ ਹੁਣ ਨਿਰਾਸ਼ਤਾ ਆ ਗਈ ਵੀ ਜੇ ਮਾੜੇ ਕਰਮ ਸਾਡੇ ਲਿਖੇ ਗਏ, ਧੁਰ ਤੋਂ ਲਿਖੇ ਗਏ, ਸਾਡੇ ਮੱਥੇ ਤੇ ਲਿਖ ਦਿੱਤੇ ਲੇਖ ਪਰਮੇਸ਼ਰ ਨੇ, ਵੀ ਉਹਨਾਂ ਨੂੰ ਕੋਈ ਬਦਲ ਸਕਦਾ? ਜੇ ਨਹੀਂ ਬਦਲ ਸਕਦਾ ਤੇ ਫਿਰ ਅਸੀਂ ਫਿਰ ਮਾੜੇ ਕਰਮ ਕਰੀ ਜਾਂਦੇ। ਕਈ ਕਹਿੰਦੇ ਨਾ ਵੀ ਹੁਕਮ ਵਿੱਚ ਹੀ ਹੈ ਜੀ, ਪਰ ਮਹਾਰਾਜ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਪਰ ਕਹਿੰਦੇ ਜੇ ਵੱਡੇ ਭਾਗ ਕਿਸੇ ਦਾ ਕੋਈ ਚੰਗਾ ਕਰਮ ਜਾਗ ਪਵੇ ਨਾ, ਵੱਡੇ ਭਾਗਾਂ ਕਰਕੇ ਕਹਿੰਦੇ ਪ੍ਰਭੂ ਮਿਲ ਜਾਵੇ, ਗੁਰੂ ਮਿਲ ਜਾਵੇ, ਤਾਂ ਉਹਦੇ ਸਾਰੇ ਵਿਯੋਗ ਜਿਹੜੇ ਉਹਦੇ ਰੋਗ ਨੇ ਨਾ, ਵਿਛੋੜੇ ਦੇ ਰੋਗ ਨੇ, ਈਰਖਾ ਸਾੜਾ ਦਵੈਸ਼ ਦੇ ਰੋਗ ਨੇ, ਉਹ ਸਾਰੇ ਰੋਗ ਜਿਹੜੇ ਨੇ ਉਹਦੇ ਉਤਰ ਜਾਂਦੇ ਨੇ। ਜਿਹਨੂੰ ਚੰਗੇ ਭਾਗ ਕੋਈ ਉਹਦਾ ਜਾਗ ਪਵੇ, ਪ੍ਰੇਮੇ ਦਾ ਚੰਗਾ ਭਾਗ ਜਾਗਿਆ ਤੇ ਗੁਰੂ ਦੇ ਦਰ ਤੇ ਆ ਗਿਆ, ਜਾਗ ਪਿਆ ਨਾ ਉਹਦਾ ਚੰਗਾ ਭਾਗ। ਗੁਰੂ ਦੇਖੋ ਕਰਮ ਜਿਹੜੇ ਨੇ ਨਾ, ਇਹਨਾਂ ਦਾ ਆਦ ਹੈ। ਜਿਹੜੀ ਚੀਜ਼ ਦਾ ਆਦ ਨਹੀਂ ਉਹਦਾ ਅੰਤ ਵੀ ਨਹੀਂ ਹੁੰਦਾ। ਪਰਮੇਸ਼ਰ ਦਾ ਆਦ ਨਹੀਂ ਕੋਈ ਤੇ ਪਰਮੇਸ਼ਰ ਦਾ ਅੰਤ ਵੀ ਨਹੀਂ ਕੋਈ, ਪਰ ਜਿਹੜੇ ਕਰਮ ਨੇ ਉਹਨਾਂ ਦਾ ਆਦ ਹੈ, ਤੇ ਜਿਹਦਾ ਆਦ ਹੈ ਉਹਦਾ ਅੰਤ ਵੀ ਹੈ, ਅਨਾਦਿ ਨਹੀਂ ਹੈ ਇਹ, ਵੀ ਇਹਦਾ ਅੰਤ ਨਹੀਂ ਹੋ ਸਕਦਾ। ਹਾਂ ਗੁਰੂ ਮਹਾਰਾਜ ਕਿਰਪਾ ਕਰਕੇ ਕਰਮਾਂ ਨੂੰ ਕੱਟ ਦਿੰਦੇ। ਜਿਵੇਂ ਇਤਿਹਾਸ ਵਿੱਚ ਬਚਨ ਆਉਂਦਾ ਹੈ ਨਾ ਕਿ ਸਕੇਤ ਮੰਡੀ ਦਾ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਦਰਸ਼ਨ ਕਰਨ ਵਾਸਤੇ।
ਜਦੋਂ ਦਰਸ਼ਨ ਕਰਨ ਵਾਸਤੇ ਆਇਆ, ਉੱਥੇ ਬਾਣੀ ਦਾ ਜਾਪ ਹੋ ਰਿਹਾ ਸੀ, ਪੰਕਤੀ ਪੜ੍ਹੀ ਜਾ ਰਹੀ ਸੀ, ਦੱਖਣੀ ਓੰਕਾਰ ਦੀ ਬਾਣੀ ਰਾਮਕਲੀ ਰਾਗ ਦੇ ਅੰਦਰ। ਉਹਦੇ ਵਿੱਚ ਬਚਨ ਆ ਰਿਹਾ ਸੀ ਵੀ ਜੋ ਧੁਰ ਤੋਂ ਲਿਖਿਆ ਹੋਇਆ ਲੇਖ ਹੈ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਜਿਹੜਾ ਕਰਤਾਰ ਨੇ ਲੇਖ ਲਿਖ ਦਿੱਤਾ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਲੇਖ ਨਾ ਮਿਟਾਈ ਹੈ ਸਖੀ, ਜੋ ਲਿਖਿਆ ਕਰਤਾਰ, ਉਹਨੂੰ ਕੋਈ ਮੇਟ ਨਹੀਂ ਸਕਦਾ। ਰਾਜੇ ਦੇ ਮਨ 'ਚ ਸ਼ੰਕਾ ਹੋ ਗਿਆ। ਰਾਜਾ ਕਹਿਣ ਲੱਗਾ, ਮਹਾਰਾਜ ਜੇ ਸਾਡੇ ਲੇਖਾਂ ਦੇ ਮੱਥੇ ਦੇ ਲਿਖੇ ਹੋਏ ਲੇਖ ਮਿਟਣੇ ਹੀ ਨਹੀਂ, ਫਿਰ ਤੁਹਾਨੂੰ ਮੱਥਾ ਟੇਕਣ ਦਾ, ਤੁਹਾਡਾ ਨਾਮ ਜਪਣ ਦਾ, ਤੁਹਾਡੀ ਸੇਵਾ ਕਰਨ ਦਾ ਫਿਰ ਸਾਨੂੰ ਕੀ ਲਾਭ, ਜੇ ਸਾਡੇ ਲੇਖ ਹੀ ਨਹੀਂ ਮਿਟਣੇ। ਮਹਾਰਾਜ ਜੀ ਨੇ ਉਦੋਂ ਤੱਕ ਕੋਈ ਉੱਤਰ ਨਹੀਂ ਦਿੱਤਾ। ਮਹਾਰਾਜ ਕਹਿੰਦੇ, ਰਾਜਾ ਤੂੰ 3-4 ਦਿਨ ਇੱਥੇ ਰਹਿ ਸਾਡੇ ਕੋਲ, ਫਿਰ ਤੈਨੂੰ ਉੱਤਰ ਦੇਵਾਂਗੇ। ਉਹ 3-4 ਦਿਨ ਰਿਹਾ। ਮਹਾਰਾਜ ਨੇ ਕੌਤਕ ਵਰਤਾਇਆ। ਇੱਕ ਦਿਨ ਰਾਜਾ ਰਾਤ ਨੂੰ ਸੁੱਤਾ, ਉਹਨੂੰ ਸੁਪਨਾ ਆਇਆ ਵੀ ਸੁਪਨੇ ਵਿੱਚ ਮੈਂ ਮਰ ਗਿਆ, ਮਰ ਕੇ ਮੇਰਾ ਜਨਮ ਚੰਡਾਲਾਂ ਦੇ ਘਰ ਵਿੱਚ ਹੋ ਗਿਆ, ਬਹੁਤ ਗਰੀਬ ਹਾਂ, ਜੰਗਲ 'ਚੋਂ ਲੱਕੜਾਂ ਕੱਟ ਕੇ ਗੁਜ਼ਾਰਾ ਕਰਦਾ, ਬਹੁਤ ਬੱਚੇ ਬੱਚੀਆਂ ਨੇ ਉਹਦੇ। ਕਹਿੰਦੇ ਇੱਕ ਦਿਨ ਕੀ ਹੋਇਆ ਵੀ ਲੱਕੜਾਂ ਕੱਟਦਿਆਂ ਦਰਖਤ ਤੋਂ ਡਿੱਗਿਆ ਤੇ ਮੌਤ ਹੋ ਗਈ। ਘਰ ਦੇ ਬਹੁਤ ਵਿਰਲਾਪ ਕਰਦੇ, ਉਹਨਾਂ ਨੇ ਧਰਤੀ ਵਿੱਚ ਨੱਪ ਦਿੱਤਾ। ਉਧਰੋਂ ਜਾਗ ਖੁੱਲ ਗਈ ਰਾਜੇ ਦੀ। ਰਾਜਾ ਬੜਾ ਹੈਰਾਨ। ਦੂਜੇ ਦਿਨ ਮਹਾਰਾਜ ਜੀ ਨੂੰ ਸ਼ਿਕਾਰ ਤੇ ਲੈ ਗਏ। ਜਦੋਂ ਸ਼ਿਕਾਰ ਤੇ ਲੈ ਕੇ ਗਏ ਮਹਾਰਾਜ ਉਹਨੂੰ, ਤੇ ਮਹਾਰਾਜ ਜੀ ਕਿਤੇ ਪਿੱਛੇ ਰਹਿ ਗਏ, ਰਾਜਾ ਅੱਗੇ ਲੰਘ ਗਿਆ ਤੇ ਰਾਜੇ ਨੂੰ ਫੜ ਲਿਆ ਚੰਡਾਲਾਂ ਨੇ। ਉਹ ਜਵਾਕ ਜਿਹੜੇ ਉਹਨਾਂ ਦੇ, ਉਹ ਕਹਿਣ ਲੱਗੇ ਆਪਣੀ ਮਾਂ ਨੂੰ ਜਾ ਕੇ, ਕਹਿੰਦੇ ਮਾਂ ਉਹ ਦੇਖ ਬਾਪੂ ਤਾਂ ਉਹ ਤੁਰਿਆ ਫਿਰਦਾ, ਘੋੜੇ ਦੇ ਚੜਿਆ ਹੋਇਆ, ਰਾਜਿਆਂ ਵਾਲੇ ਕੱਪੜੇ ਪਾਈ ਫਿਰਦਾ, ਤੇ ਆਪਾਂ ਕਹਿੰਦੇ ਸੀ ਉਹ ਮਰ ਗਿਆ। ਉਹਨੂੰ ਫੜ ਕੇ ਲੈ ਗਏ ਚੰਡਾਲ। ਉਹ ਕਹਿਣ ਤੂੰ ਸਾਡਾ ਪਿਤਾ। ਉਹ ਜਵਾਕ ਕਹਿਣ, ਧੀਆਂ ਉਹਦੀਆਂ ਕਹਿਣ, ਘਰ ਵਾਲੀ ਕਵੇ ਤੂੰ ਮੇਰਾ ਪਤੀ ਆ, ਮਰਨ ਦਾ ਬਹਾਨਾ ਕਰਕੇ ਤੂੰ ਭੱਜ ਗਿਆ ਇੱਥੋਂ, ਰਾਜਿਆਂ ਵਾਲੇ ਕੱਪੜੇ ਪਾ ਕੇ ਬਹਿ ਗਿਆ। ਉਦੋਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਗਏ। ਰਾਜਾ ਕਹਿੰਦਾ ਮਹਾਰਾਜ ਜੀ ਬਚਾਓ ਇਹਨਾਂ ਤੋਂ। ਮਹਾਰਾਜ ਨੇ ਉਹਨਾਂ ਦਾ ਪੱਖ ਸੁਣਿਆ। ਉਹ ਕਹਿਣ ਲੱਗੇ ਨਹੀਂ ਮਹਾਰਾਜ ਇਹ ਰਾਜਾ ਨਹੀਂ। ਉਹ ਬੀਬੀ ਕਹਿੰਦੀ ਮੇਰਾ ਪਤੀ ਆ ਇਹ। ਜਿਹੜੇ ਬੱਚੇ ਬੱਚੀਆਂ ਸੀ ਉਹ ਕਹਿੰਦੇ ਸਾਡਾ ਪਿਤਾ ਇਹ। ਭੈਣ ਭਰਾ ਸੀ ਜਦੋਂ ਕਹਿੰਦੇ ਸਾਡਾ ਰਿਸ਼ਤੇਦਾਰ ਹੈ ਇਹ। ਰਾਜਾ ਕਵੇ ਮੈਂ ਰਾਜਾ। ਮਹਾਰਾਜ ਕਹਿਣ ਲੱਗੇ ਤੁਹਾਡਾ ਜਿਹੜਾ ਪਤੀ, ਉਹਨੂੰ ਬੀਬੀ ਨੂੰ ਕਹਿੰਦੇ ਉਹਨੂੰ ਕੀ ਹੋਇਆ? ਕਹਿੰਦੇ ਉਹ ਮਰ ਗਿਆ, ਪਰ ਇਹ ਮਰਨ ਦਾ ਬਹਾਨਾ ਕਰਕੇ ਭੱਜ ਗਿਆ ਇੱਥੋਂ। ਕਹਿਣ ਲੱਗੇ ਉਹ ਕਿੱਥੇ ਦੱਬਿਆ ਸੀ ਵੇਖੋ ਜਾ ਕੇ ਉੱਥੇ। ਜਦੋਂ ਉੱਥੇ ਦੱਬਿਆ ਜਿੱਥੇ ਸੀ ਉੱਥੋਂ ਕੱਢਿਆ, ਰਾਜੇ ਦਾ ਹਮ ਸ਼ਕਲ ਹੀ ਉੱਥੋਂ ਨਿਕਲਿਆ। ਫਿਰ ਉਹਨਾਂ ਨੇ ਰਾਜੇ ਨੂੰ ਛੱਡਿਆ। ਦੂਸਰੇ ਦਿਨ ਦਰਬਾਰ ਵਿੱਚ ਰਾਜਾ ਆਇਆ ਤੇ ਬੜਾ ਪਰੇਸ਼ਾਨ ਬੈਠਾ, ਉਦਾਸ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਉਦਾਸ ਬੈਠਾ? ਕਹਿਣ ਲੱਗਾ ਮਹਾਰਾਜ ਮੈਂ ਸੋਚਦਾ ਪਿਆ ਵੀ ਜਿਹੜਾ ਸੁਪਨਾ ਸੀ ਉਹ ਸੱਚ ਸੀ ਕਿ ਜਿਹੜੀ ਆ ਹਕੀਕਤ ਹੈ ਵੀ ਮੈਂ ਰਾਜਾ ਇਹ ਸੱਚ ਹੈ। ਮਹਾਰਾਜ ਜੀ ਕਹਿਣ ਲੱਗੇ ਦੋਵੇਂ ਸੱਚ ਹੈ। ਤੂੰ ਸ਼ੰਕਾ ਕੀਤਾ ਸੀ ਗੁਰੂ ਦੀ ਬਾਣੀ ਤੇ, ਤੂੰ ਸ਼ੰਕਾ ਕੀਤਾ ਸੀ ਇਸ ਪੰਗਤੀ ਦੇ ਉੱਤੇ, ਗੁਰੂ ਦੇ ਉੱਤੇ, ਕਿ ਜੋ ਪਰਮਾਤਮਾ ਨੇ ਲੇਖ ਲਿਖ ਦਿੱਤਾ ਨਾ ਉਹਨੂੰ ਕੋਈ ਮੇਟ ਨਹੀਂ ਸਕਦਾ। ਮਹਾਰਾਜ ਕਹਿੰਦੇ ਹਾਂ ਮੇਟ ਨਹੀਂ ਸਕਦਾ, ਪਰ ਗੁਰੂ ਜਿਹੜਾ ਗੁਰੂ ਦੀ ਸੰਗਤ ਕਰਾਂਗੇ ਨਾ, ਗੁਰੂ ਜਿਹੜਾ ਉਸ ਕਰਮ ਨੂੰ ਸੌਖੇ ਤਰੀਕੇ ਨਾਲ ਭੁਗਾ ਦਿੰਦਾ। ਜਿਵੇਂ ਸੂਲੀ ਤੋਂ ਸੂਲ ਬਣਾ ਦਿੱਤਾ, ਜਿਵੇਂ ਸੂਲੀ ਤੋਂ ਸੂਲ ਬਣਾ ਦਿੰਦਾ, ਉਵੇਂ ਰਾਜਾ ਤੈਨੂੰ ਵੀ ਤੂੰ ਆ ਜਿਹੜਾ ਜਨਮ ਲਿਆ ਨਾ ਇਹ ਭੋਗਣਾ ਸੀ, ਤੂੰ ਭੋਗਣਾ ਸੀ। ਚੰਡਾਲਾਂ ਦੇ ਘਰੇ ਜਨਮ ਹੋਣਾ ਸੀ ਤੇਰਾ, ਤੂੰ ਇਹ ਜਨਮ ਭੋਗਣਾ ਸੀ। ਪਰ ਕਹਿੰਦੇ ਤੈਨੂੰ ਅਸੀਂ ਸੁਪਨੇ ਵਿੱਚ ਹੀ ਭੁਗਾ ਦਿੱਤਾ, ਤੇਰਾ ਜਨਮ ਮਰਨ ਕੱਟ ਦਿੱਤਾ। ਇਹ ਗੁਰੂ ਦੀ ਮਹਿਮਾ ਹੈ। ਠੀਕ ਹੈ, ਪਰਮਾਤਮਾ ਆਪਣਾ ਲਿਖਿਆ ਨਹੀਂ ਮੇਟਦਾ, ਪਰ ਜੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਨਾ ਤੇ ਗੁਰੂ ਮਹਾਰਾਜ ਨੂੰ ਵਿਚੋਲਾ ਬਣਾ ਲਈਏ ਆਪਣਾ। ਕਿਉਂਕਿ ਮਹਾਰਾਜ ਬਾਣੀ ਅੰਦਰ ਕਹਿੰਦੇ ਨਾ ਕਿ ਸਤਿਗੁਰੂ ਜਿਹੜਾ ਨਾ ਇਹ ਵਿਚੋਲਾ ਹੈ। ਇਹ ਤਾਂ ਵਿਛੜਿਆ ਹੋਇਆਂ ਨੂੰ ਜੈਸਾ ਸਤਿਗੁਰੂ ਸੁਣੀਂਦਾ ਤੈਸੋਂ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਵਿਚੋਲੇ ਨੂੰ। ਗੁਰੂ ਜਿਹੜਾ ਹੈ ਵਿਚੋਲਾ ਹੈ ਪਰਮਾਤਮਾ ਦੀ ਦਰਗਾਹ ਦਾ। ਇਸ ਕਰਕੇ ਜੇ ਅਸੀਂ ਗੁਰੂ ਨੂੰ ਜੁੜ ਜਾਵਾਂਗੇ, ਗੁਰੂ ਨਾਲ ਜੁੜ ਜਾਵਾਂਗੇ ਨਾ, ਤੇ ਸਾਡੇ ਗੁਰੂ ਕਰਮ ਵੀ ਬਦਲ ਦਿੰਦਾ, ਕਰਮ ਬਦਲ ਦਿੰਦਾ ਗੁਰੂ।
ਜੇ ਕੋਈ ਦੁੱਖ ਦੀ ਘੜੀ ਆਉਣੀ ਹੁੰਦੀ ਹੈ, ਜੇ ਉਹ ਸੂਲੀ ਹੁੰਦੀ ਉਹਨੂੰ ਸੂਲ ਬਣਾ ਕੇ, ਜੇ ਕਿਤੇ ਜ਼ਿਆਦਾ ਨੁਕਸਾਨ ਹੋਣਾ ਹੁੰਦਾ ਉਹਨੂੰ ਥੋੜਾ ਕਰਕੇ ਕਰ ਦਿੰਦਾ ਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਕਰਕੇ ਜਿਹਨੂੰ ਗੁਰੂ ਮਿਲ ਜਾਂਦਾ ਨਾ, ਪ੍ਰਭੂ ਮਿਲ ਜਾਂਦਾ, ਉਹਦੇ ਸਾਰੇ ਵਿਯੋਗ ਰੋਗ ਜਿਹੜੇ ਨੇ, ਦੁੱਖ ਨੇ, ਸੰਤਾਪ ਨੇ, ਉਤਰ ਜਾਂਦੇ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਜੀਵ ਤੂੰ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰ। ਕੀ ਅਰਦਾਸ ਕਰਿਆ ਕਰ ਕਿ ਹੇ ਮੇਰੇ ਸਾਹਿਬ, ਹੇ ਮੇਰੇ ਮਾਲਕ, ਬੰਦੀ ਮੋਚ, ਤੁਸੀਂ ਬੰਧਨਾਂ ਨੂੰ ਮੋਚ ਕੱਟਣ ਵਾਲੇ ਹੋ, ਮੈਨੂੰ ਵੀ ਰੱਖ ਲਵੋ। ਸਤਿਗੁਰੂ ਜੀ ਬੰਧਨ ਕੱਟਦੇ ਨੇ, ਪ੍ਰਭੂ ਵੀ ਬੰਧਨ ਕੱਟਦਾ, ਪ੍ਰਭੂ ਵੀ ਬੰਧਨ ਕੱਟਦਾ। ਪ੍ਰਭੂ ਦਾ ਹੀ ਰੂਪ ਨੇ, ਵਾਹਿਗੁਰੂ ਦਾ ਰੂਪ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਵਿੱਚ ਅੰਤਰ ਨਹੀਂ ਹੁੰਦਾ। ਇਸ ਕਰਕੇ ਗੁਰੂ ਨੇ ਦੇਖੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਰ ਦੀ ਜੇਲ੍ਹ ਵਿੱਚੋਂ ਕੈਦੀ ਛਡਵਾਏ, ਬਾਬਰ ਦੀ ਜੇਲ੍ਹ ਵਿੱਚੋਂ ਕੈਦੀ ਛਡਵਾਏ। ਸਰੀਰਕ ਤੌਰ ਤੇ ਵੀ ਮਹਾਰਾਜ ਜੀ ਬੰਧਨ ਕੱਟਦੇ ਨੇ, ਸਰੀਰਕ ਤੌਰ ਤੇ ਵੀ ਮਹਾਰਾਜ ਜੀ ਬੰਧਨ ਕੱਟਦੇ ਨੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਾਜਿਆਂ ਨੂੰ ਛਡਵਾਇਆ। 10ਵੇਂ ਪਾਤਸ਼ਾਹ ਨੇ ਜਦੋਂ ਬਹਾਦਰ ਸ਼ਾਹ ਨੂੰ ਰਾਜ ਲੈ ਕੇ ਦਿੱਤਾ ਤੇ ਔਰੰਗਜ਼ੇਬ ਨੇ ਜਿਹੜੇ ਰਾਜੇ ਮਹਾਰਾਜੇ ਜੇਲ੍ਹਾਂ ਵਿੱਚ ਕੈਦ ਕੀਤੇ ਹੋਏ ਸੀ ਉਹ ਸਾਰੇ ਛਡਵਾਏ। ਫਿਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੱਸਦੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ 30 ਸਾਲ ਬਾਅਦ ਵਿੱਚ ਬਾਲਾ ਰਾਓ ਤੇ ਰੁਸਤਮ ਰਾਓ ਦੋ ਰਾਜੇ ਹੋਏ, ਜਿਨ੍ਹਾਂ ਨੂੰ ਪੂਨੇ ਸਤਾਰੇ ਦੇ ਕਿਲੇ ਵਿੱਚੋਂ ਛਡਵਾਇਆ ਤੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਗੁਪਤਸਰ ਮਨਵਾੜ, ਜਦੋਂ ਆਪਾਂ ਸ੍ਰੀ ਹਜੂਰ ਸਾਹਿਬ ਜਾਂਦੇ ਹਾਂ ਨਾ, ਰਸਤੇ ਦੇ ਵਿੱਚ ਇੱਕ ਮਨਵਾੜ ਸਟੇਸ਼ਨ ਆਉਂਦਾ ਤੇ ਉੱਥੇ ਗੁਪਤਸਰ ਗੁਰਦੁਆਰਾ ਸਾਹਿਬ ਹੈ 10ਵੇਂ ਪਾਤਸ਼ਾਹ ਜੀ ਦਾ। ਤੇ ਉਹ ਬਾਲਾ ਰਾਓ ਤੇ ਰੁਸਤਮ ਰਾਓ ਜਿਹੜੇ ਦੋਵੇਂ ਰਾਜੇ ਸੀ, ਉਹਨਾਂ ਨੂੰ ਪੂਨੇ ਸਤਾਰੇ ਦੇ ਕਿਲੇ ਵਿੱਚੋਂ ਕੱਢ ਕਰਕੇ ਮਹਾਰਾਜ ਜੀ ਨੇ ਉਹ ਮਨਵਾੜ ਜੋ ਸਥਾਨ ਹੈ ਉੱਥੇ ਛੱਡਿਆ ਸੀ। ਉੱਥੋਂ ਮਹਾਰਾਜ ਜੀ ਨੇ ਕਿਹਾ ਸੀ ਹੁਣ ਇੱਥੋਂ ਤੁਸੀਂ ਹਜੂਰ ਸਾਹਿਬ ਚਲੇ ਜਾਓ, ਤੇ ਉੱਥੋਂ ਹਜੂਰ ਸਾਹਿਬ ਤੋਂ ਤੁਹਾਨੂੰ ਤੁਹਾਡੀ ਰਿਆਸਤ ਵਿੱਚ ਸਿੱਖ ਛੱਡ ਕੇ ਆਉਣਗੇ। ਤੇ ਮਾਤਾ ਭਾਗ ਕੌਰ ਜੀ ਉੱਥੋਂ ਅੱਗੇ ਗਏ ਸੀ। ਜਦੋਂ ਆਪਾਂ ਜਾਂਦੇ ਹਾਂ ਸ੍ਰੀ ਨਾਨਕ ਝੀਰਾ ਸਾਹਿਬ ਦਰਸ਼ਨ ਕਰਨ, ਤੇ ਰਸਤੇ ਵਿੱਚ 10 ਕਿਲੋਮੀਟਰ ਉਰਾਂ ਜਨਵਾੜਾ ਨਗਰ ਆਉਂਦਾ, ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਸਾਹਿਬ। ਮਾਤਾ ਭਾਗ ਕੌਰ ਜੀ ਉਹਨਾਂ ਨੂੰ ਛੱਡਣ ਗਏ ਸੀ ਉੱਥੇ। ਫਿਰ ਉਹਨਾਂ ਨੇ ਬੇਨਤੀ ਕੀਤੀ ਦੋਵਾਂ ਰਾਜਿਆਂ ਨੇ ਕਿ ਮਾਤਾ ਜੀ ਤੁਹਾਨੂੰ ਅਸੀਂ ਧਰਮ ਦੀ ਮਾਤਾ ਮੰਨਦੇ ਹਾਂ, ਤੁਸੀਂ ਅੱਜ ਤੋਂ ਸਾਡੀ ਧਰਮ ਦੀ ਮਾਤਾ ਹੋ, ਇੱਥੇ ਰਹਿ ਕੇ ਤੁਸੀਂ ਭਜਨ ਬੰਦਗੀ ਕਰੋ, ਅਸੀਂ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਵਾਂਗੇ। ਤੇ ਮਾਤਾ ਭਾਗ ਕੌਰ ਜੀ ਆਪਣੇ ਅਖੀਰਲੇ ਸਮੇਂ ਤੱਕ ਉੱਥੇ ਰਹੇ, ਉੱਥੇ ਹੀ ਸਰੀਰ ਛੱਡਿਆ ਉਹਨਾਂ ਨੇ। ਉੱਥੋਂ ਰੋਜ਼ ਨਾਨਕ ਝੀਰਾ ਸਾਹਿਬ ਜਾ ਕੇ ਸੇਵਾ ਕਰਨ ਜਾਇਆ ਕਰਦੇ ਸੀ ਮਾਤਾ ਜੀ। ਕਹਿਣ ਤੋਂ ਭਾਵ ਕੀ ਕਿ ਮਹਾਰਾਜ ਜੀ ਬੰਦੀ ਮੋਚ ਨੇ, ਬੰਧਨਾਂ ਨੂੰ ਕੱਟਣ ਵਾਲੇ ਨੇ। ਸਾਡੇ ਸਰੀਰ ਦੇ ਬੰਧਨ ਵੀ, ਮਨ ਦੇ ਬੰਧਨ ਵੀ, ਪਾਪਾਂ ਦੇ ਬੰਧਨ ਵੀ, ਦੁੱਖਾਂ ਦੇ ਬੰਧਨ ਵੀ, ਰੋਗਾਂ ਦੇ ਬੰਧਨ ਵੀ, ਈਰਖਾ ਸਾੜਾ ਦਵੈਸ਼ ਦੇ ਬੰਧਨ ਵੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਵੀ ਕੱਟਣ ਵਾਲੇ ਨੇ। ਪਰ ਮਹਾਰਾਜ ਕਹਿੰਦੇ ਉਹਦੇ ਅੱਗੇ ਅਰਦਾਸ ਕਰਿਆ ਕਰਕੇ, ਹੇ ਕੀ ਅਰਦਾਸ ਕਰਨੀ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ, ਕੇ ਮਹਾਰਾਜ ਸਾਨੂੰ ਰੱਖ ਲਓ, ਸਾਹੀ ਪਾਪੀ ਆ, ਸਾਡੇ ਬੰਧਨ ਕੱਟ ਦਿਓ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਮਹਾਰਾਜ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ, ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ ਕੱਤਕ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ, ਬੰਦਗੀ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ ਨਾ, ਉਹਨਾਂ ਦੀਆਂ ਸਾਰੀਆਂ ਸੋਚਾਂ ਜਿਹੜੀਆਂ ਨੇ, ਚਿੰਤਾਵਾਂ ਜਿਹੜੀਆਂ ਨੇ, ਉਹ ਖਤਮ ਹੋ ਜਾਂਦੀਆਂ ਨੇ। ਕੱਤਕ ਦੇ ਮਹੀਨੇ ਵਿੱਚ ਕੀ ਕਰਨਾ, ਆਪਾਂ ਬੀਜ ਬੀਜਣਾ, ਕਰਮ ਕਰਨੇ। ਤੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕਰਮ ਕਿਹੜਾ ਹੈ, ਸਾਧ ਸੰਗਤ। ਸਾਧ ਸੰਗਤ ਕਰਨੀ ਸ਼ੁਰੂ ਕਰੀਏ, ਸਾਧ ਸੰਗਤ ਵਿੱਚੋਂ ਹੀ ਸਾਨੂੰ ਸਭ ਕੁਝ ਚੰਗੇ ਗੁਣ ਜਿਹੜੇ ਪ੍ਰਾਪਤ ਹੁੰਦੇ ਨੇ। ਤੇ ਜਦੋਂ ਅਸੀਂ ਸਾਧ ਸੰਗਤ ਕਰਨ ਲੱਗ ਪਏ, ਸਾਨੂੰ ਨਾਮ ਬਾਰੇ ਪਤਾ ਲੱਗ ਪਿਆ, ਪਰਮੇਸ਼ਰ ਬਾਰੇ ਪਤਾ ਲੱਗ ਗਿਆ, ਗੁਰੂ ਬਾਰੇ ਪਤਾ ਲੱਗ ਗਿਆ, ਅਸੀਂ ਬੰਦਗੀ ਨਾਲ ਜੁੜ ਜਾਵਾਂਗੇ ਤੇ ਸਾਡੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ। ਫਿਰ ਉਹਨਾਂ ਵਾਸਤੇ ਕੱਤਕ ਦਾ ਮਹੀਨਾ ਵੀ ਸੋਭਨੀਕ ਹੋ ਜਾਂਦਾ, ਕਿਉਂਕਿ ਕੱਤਕ ਦੇ ਮਹੀਨੇ ਨੂੰ ਮਾੜਾ ਗਿਣਿਆ ਜਾਂਦਾ ਸੀ। ਕੱਤਕ ਦੇ ਮਹੀਨੇ 'ਚ ਕੋਈ ਬੱਚਾ ਜਾਂ ਬੱਚੀ ਜਨਮ ਲੈ ਲੈਂਦਾ ਨਾ, ਲੋਕ ਉਹਨੂੰ ਮਾੜਾ ਗਿਣਦੇ ਸੀ। ਤੇ ਅੱਜ ਵੀ ਹੈ ਕੱਤਕ ਦਾ ਮਹੀਨਾ ਤੇ ਇੱਕ ਪੋਹ ਦਾ ਮਹੀਨਾ,
ਇਹ 2 ਮਹੀਨਿਆਂ ਵਿੱਚ ਜੇ ਕੋਈ ਬੱਚਾ ਬੱਚੀ ਜਨਮ ਲੈਂਦਾ ਸੀ ਉਹਨੂੰ ਮਾੜਾ ਗਿਣਿਆ ਜਾਂਦਾ ਸੀ। ਪਰ ਦੇਖੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਸੰਸਾਰ 'ਚ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੋਹ ਦੇ ਮਹੀਨੇ ਵਿੱਚ ਆਏ। ਮਹਾਰਾਜ ਜੀ ਨੇ ਦੋਵੇਂ ਮਹੀਨੇ ਸਫਲ ਕਰ ਦਿੱਤੇ, ਸ਼ੁੱਧ ਕਰ ਦਿੱਤੇ, ਚੰਗੇ ਬਣਾ ਦਿੱਤੇ, ਵਹਿਮ ਕੱਢ ਦਿੱਤਾ ਦੁਨੀਆ ਦੇ ਵਿੱਚੋਂ। ਇਹ ਲੋਕ ਕਹਿੰਦੇ ਸੀ ਕੱਤਕ ਦਾ ਮਹੀਨਾ ਮਾੜਾ ਹੁੰਦਾ, ਪੋਹ ਦਾ ਮਹੀਨਾ ਮਾੜਾ ਹੁੰਦਾ, ਉਹਦੇ 'ਚ ਬੱਚਾ ਬੱਚੀ ਜਨਮ ਲਵੇ ਉਹ ਮਾੜਾ ਹੁੰਦਾ। ਪਰ ਮਹਾਰਾਜ ਜੀ ਆਪ ਉਹਨਾਂ ਮਹੀਨਿਆਂ ਵਿੱਚ ਜਨਮ ਲਿਆ, ਅਵਤਾਰ ਲਿਆ ਮਹਾਰਾਜ ਜੀ ਨੇ, ਉਹਨਾਂ ਮਹੀਨਿਆਂ ਨੂੰ ਸਫਲ ਕਰ ਦਿੱਤਾ। ਸੋ ਸਫਲ ਮਹੀਨਾ ਕਿਵੇਂ ਹੁੰਦਾ? ਜ਼ਿੰਦਗੀ ਸਾਡੀ ਵੀ ਕੱਤਕ ਦਾ ਮਹੀਨਾ ਹੀ ਹੈ। ਸਾਡਾ ਜੀਵਨ ਸਫਲ ਕਿਵੇਂ ਹੋਵੇਗਾ? ਬਾਣੀ ਪੜ੍ਹ ਕੇ, ਸਾਧ ਸੰਗਤ ਕਰਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ। ਸੋ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ। ਮਹਾਰਾਜ ਜੀ ਸਾਨੂੰ ਸਾਧ ਸੰਗਤ ਬਖਸ਼ਿਸ਼ ਕਰਨ। ਸਾਡਾ ਜੀਵਨ ਹੈ ਜਿਹੜਾ ਸਫਲ ਹੋ ਜਾਵੇ। ਅਸੀਂ ਬਾਣੀ ਨਾਲ ਜੁੜੀਏ, ਆਪ ਵੀ ਜੁੜੀਏ, ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜੀਏ, ਤਾਂ ਕਿ ਸਾਡਾ ਜੀਵਨ ਜਿਹੜਾ ਹੈ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਜਾਵੇ। ਜਿੱਤ ਕੇ ਜਾਈਏ, ਇੱਥੋਂ ਸਨਮੁਖ ਹੋ ਕੇ ਜਾਈਏ, ਗੁਰੂ ਤੋਂ ਵੇਮੁਖ ਨਾ ਹੋਈਏ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ। ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ, ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ